वाहेगुरु जी का खालसा वाहेगुरु जी की फतेह। राजान राज पानान पान देवान देव। शब्द स्वरूप सतगुरु श्री गुरु ग्रंथ साहिब जियां दी पवित्र अते पावन अमृतमई गोद विच दूरों नेड़ियों चल करके संध्या दे दीवाना विच आप जी जुड़ बैठे हो। आओ इन्हां घड़ियां नूं सफलियां बनाइए। सतगुरां दी पावन अमृतमई कथा दे विचों आप जी ने सरवण कीता सी। कामरूप देश तो चलदे होए गुरु नानक साहिब जी बेअंत नगरां शहरां पिंडां विचों लंघदे होए नागापटनम दी बंदरगाह ते पहुंचे। सागर दा किनारा आया है। गुरु नानक साहब जी आखदे ने वालिया धरती दा तल खत्म हो गया है। इस सागर नूं पार किवें करिए? कोई जहाज भी इस वेले संगला दीप नूं जाण वाला नहीं। भाई बाला जी आखण लगे सच्चे पातशाह जी आप ते परिपूर्ण परमात्मा हो। जल थल नभ आकाश तुसी आप ही ते सिरजे ने। इन्हां बचनां नूं सुन के गुरु पातशाह ने मूल मंत्र अपनी रसना तो गायन किया। अपने दोने प्यारे साथियों नूं वचन किया है मूल मंत्र पढ़ते पढ़ते साडे पिछे पिछे आई चलो। दीन दुनिया दे वाली अगे अगे भाई बाला मरदाना जी पिछे पिछे समुद्रां दे पानियां ते तुरे जा रहे हैं। एक भी छट्टा जिस्म ते कपड़ियां ते शरीर ते नहीं पिया। ये सी शब्द दा प्रताप, शब्द दी महिमा। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन चित बिरतियां नूं एकाग्र चित बनाइए। पाओ प्रेम दी सांझ। आसीस बख्शो गज बज के आखो जी सतनाम श्री गुरु साहिब जी। सतनाम श्री गुरु साहिब जी। उते देश जह संगला दीपा पहुंचे ताके जाए समीपा। भाई बाला जी इस पावन कथा नूं बड़े प्रेम विच भिज के सुना रहे हैं। नागापटनम दी बंदरगाह तो चलदे सतगुर जी समुद्रां दे पानियां ते तुरदे होए जद भी किते रात दा समा आउंदा है किसे ना किसे टापू महादीप ते ठिकाना करदे। जिस टापू ते सतगुर जी जाते ने किते कोई आदिवासी लोग ने कबीलियां च रहन वाले, किते किहो जी दुनिया किते किहो जे संसारी लोग ने। गुरु पातशाह जी का सारे सत्कार करते ने, कई तिरस्कार भी करते। जदों सतगुरां दी समझ आउंदी है उपदेश लैंदे ने चरनां ते मत्था टेकते ने। हर महादीप विच सतगुरां दे अस्थान धर्मशाला बन रही। गुरु नानक साहब महाराज शब्द का छिट्टा नाम का छिट्टा दे रहे ने। एक अकाल पुरख के चरनां नाल सब नूं जोड़ रहे।
ਇਸੇ ਤਰ੍ਹਾਂ ਕਈ ਦਿਨਾਂ ਦਾ ਸਫ਼ਰ ਜਾਰੀ ਰਿਹਾ। ਆਖਰਕਾਰ ਗੁਰੂ ਨਾਨਕ ਸਾਹਿਬ ਮਹਾਰਾਜ ਸੰਗਲਾਦੀਪ ਜਾਣਾ ਚਾਹੁੰਦੇ ਆ, ਸ਼੍ਰੀ ਲੰਕਾ, ਜਿਹਨੂੰ ਰਾਵਣ ਦੀ ਨਗਰੀ ਆਖਿਆ ਜਾਂਦਾ ਹੈ। ਗੁਰਦੇਵ ਅੱਗੇ ਅੱਗੇ ਚੱਲਦੇ ਨੇ, ਭਾਈ ਬਾਲਾ ਮਰਦਾਨਾ ਬੇਖੌਫ ਹੋ ਕੇ ਬੇਪਰਵਾਹ ਹੋ ਕੇ ਚੱਲਦੇ ਨੇ। ਪਾਣੀ ਦੀਆਂ ਛੱਲਾਂ ਥੱਲੇ ਨੇ, ਬੜੇ ਭਿਆਨਕ ਦ੍ਰਿਸ਼ ਉਸ ਪਾਣੀ ਵਿੱਚ ਦੇਖੇ ਜਾ ਸਕਦੇ ਨੇ, ਪਰ ਸਤਿਗੁਰ ਦੀ ਐਸੀ ਓਟ ਹੈ, ਐਸੀ ਕਿਰਪਾ ਦਾ ਕਵਚ ਹੈ। ਕਹਿੰਦੇ ਪਾਣੀ ਦੀ ਇੱਕ ਬੂੰਦ ਵੀ ਸਰੀਰ ਤਾਂ ਛੱਡੋ, ਚਰਨਾਂ ਨਾਲ ਵੀ ਕਿਸੇ ਦੇ ਛੂੰਹਦੀ ਨਹੀਂ। ਭਾਈ ਬਾਲਾ ਜੀ ਕਹਿੰਦੀ ਮੈਂ ਜਿਉਂਦੀ ਜਾਗਦੀ ਕਰਾਮਾਤ ਨੂੰ ਵੇਖ ਬੜਾ ਹੈਰਾਨ ਹੁੰਦਾ ਸੀ। ਰਾਜੇ ਕੀ ਆਰਾਧਨੇ ਕਰਕੇ ਗਏ ਦੇਸ਼ ਤਹਿ ਸੇਵ ਵਿਚਰ ਕੇ। ਹੁਣ ਗੁਰੂ ਸਾਹਿਬ ਸੰਗਲਾਦੀਪ ਇਸ ਕਰਕੇ ਜਾ ਰਹੇ ਨੇ, ਇੱਥੋਂ ਦਾ ਰਾਜਾ ਸ਼ਿਵਨਾਭ ਦਿਨ ਰਾਤ ਸਤਿਗੁਰਾਂ ਦੀ ਭਗਤੀ 'ਚ ਬੈਠਾ, ਚੇਤੇ ਕਰਦਾ, ਪਿਆਰ ਕਰਦਾ ਗੁਰੂ ਨਾਨਕ ਪਾਤਸ਼ਾਹ ਨੂੰ। ਦਿਲ ਦੀਆਂ ਤਾਰਾਂ ਦੀ ਖਿੱਚ ਪੈਂਦੀ ਹੈ, ਗੁਰੂ ਸਾਹਿਬ ਆਪਣੇ ਉਸ ਸੇਵਕ ਨੂੰ ਤਾਰਨ ਚੱਲੇ ਆ। ਜਿਉਂ-ਜਿਉਂ ਸਤਿਗੁਰ ਨੇੜੇ ਨੇੜੇ ਵੱਧਦੇ ਆ ਸੰਗਲਾਦੀਪ ਦੇ, ਤਿਉਂ-ਤਿਉਂ ਰਾਜੇ ਦੀ ਖਿੱਚ ਹੋਰ ਬੇਕਰਾਰ ਹੋ ਰਹੀ ਹੈ। ਬੇਸ਼ੱਕ ਰਾਜਾ ਬੜਿਆਂ ਪਖੰਡੀਆਂ ਤੋਂ ਤਪਿਆ ਪਿਆ, ਅੱਕਿਆ ਪਿਆ। ਜਿਹੜਾ ਦੇਖਦਾ ਨਾਨਕ ਨਾਮ ਰੱਖ ਕੇ ਆ ਜਾਂਦਾ ਹੈ, ਗੁਰੂ ਕਹਾਉਣ ਲੱਗ ਪੈਂਦਾ, ਆ ਕੇ ਡੋਲ ਜਾਂਦਾ। ਇੱਥੇ ਪਾਪ ਦੀ ਨਗਰੀ ਜਦੋਂ ਵਰਤਦੀ ਹੈ, ਉਹ ਹਾਲਾਤਾਂ ਨੂੰ ਵੇਖ ਕੇ ਰਾਜਾ ਵੀ ਕਿਤੇ ਨਾ ਕਿਤੇ ਕੰਬ ਗਿਆ ਵੀ ਇਹਨਾਂ ਲੋਕਾਂ ਦੇ ਵਿੱਚੋਂ ਸੱਚਾ ਸੁੱਚਾ ਨਾਨਕ ਕੌਣ ਹੈ, ਮੈਂ ਕਿਵੇਂ ਪਤਾ ਕਰਾਂ। ਬੇਸ਼ੱਕ ਅਪਛਰਾਵਾਂ ਉਹਨਾਂ ਸਾਧੂਆਂ ਨੂੰ ਪਰਖਦੀਆਂ ਨੇ, ਸਾਰੇ ਡੁੱਬ ਜਾਂਦੇ ਆ। ਰਾਜੇ ਦਾ ਪ੍ਰੇਮ ਵੇਖ ਗੁਰੂ ਪਾਤਸ਼ਾਹ ਉਸ ਪਾਸੇ ਤੁਰੇ ਜਾਂਦੇ ਨੇ। ਚਲਦੇ ਚਲਦੇ ਸੰਗਲਾਦੀਪ ਕੋਲ ਆ ਗਏ। ਸ਼੍ਰੀ ਲੰਕਾ ਦੇ ਤੱਟ ਦੇ ਕਰੀਬ ਗੁਰੂ ਪਾਤਸ਼ਾਹ ਪੁੱਜੇ ਨੇ। ਦੋਹਰ ਤਹ ਨ੍ਰਿਪ ਕੋ ਉਪਬਨ ਹਤੋਂ ਸ਼ੁਸ਼ਕ ਖਰੋ ਜਿਹੇ ਥਾਨ ਸ਼੍ਰੀ ਗੁਰ ਪਰਵੇਸ਼ ਤਾਸ ਮਹਿ ਦਾਸਨ ਕੇ ਸੁਖ ਦਾਨ। ਦੀਨ ਦੁਨੀਆ ਦੇ ਮਾਲਕ ਜਮਾਨੇ ਨੂੰ ਸੁਖ ਦੇਣ ਵਾਲੇ ਪਾਤਸ਼ਾਹ ਜਦੋਂ ਸੰਗਲਾਦੀਪ ਸ਼੍ਰੀ ਲੰਕਾ ਦੇ ਤੱਟ ਤੇ ਪਹੁੰਚੇ ਨਾ, ਦੁਨੀਆ ਵੇਖ ਵੇਖ ਅਚਰਜ ਹੈ। ਸਤਿਗੁਰ ਦੀ ਇੱਕ ਸੁਨਸਾਨ ਬੀਚ ਦੇ ਕਿਨਾਰੇ ਆਏ ਨੇ, ਜਿੱਥੇ ਰੇਤਾ ਹੀ ਰੇਤਾ ਹੈ। ਇੱਥੋਂ ਚੱਲੇ ਗੁਰੂ ਸਾਹਿਬ। ਭਾਈ ਬਾਲਾ ਮਰਦਾਨਾ ਬੜੇ ਹੈਰਾਨ ਨੇ, ਅਸੀਂ ਕਿੱਦਾਂ ਇਸ ਸਮੁੰਦਰ ਨੂੰ ਪਾਰ ਕਰ ਲਿਆ, ਤੇ ਛੱਲਾਂ ਬੜੀਆਂ ਮਾਰ, ਭਿਆਨਕ ਤੇ ਗਹਿਰਾ ਬਹੁਤ ਹੈ। ਬਸ ਗੁਰੂ ਦੀ ਮਾਇਆ ਸੀ, ਕੋਈ ਖੇਡ ਸੀ। ਆਖਰਕਾਰ ਸਤਿਗੁਰ ਜੀ ਉਸ ਪਾਸੇ ਚੱਲੇ। ਇਸ ਸਮੁੰਦਰ ਤੋਂ ਥੋੜੀ ਦੂਰੀ ਤੇ ਇੱਕ ਬਾਗ ਸੀ ਰਾਜੇ ਦਾ, ਜੋ ਸੁੱਕਿਆ ਹੋਇਆ, ਜਿਹਦੇ ਰੁੱਖ ਬਿਲਕੁਲ ਖਤਮ ਹੋ ਚੁੱਕੇ ਆ, ਸੋਕਾ ਲੱਗ ਗਿਆ, ਨਾ ਕਿਤੇ ਪੱਤਾ ਹੈ, ਨਾ ਕਿਤੇ ਫੁੱਲ ਹੈ, ਨਾ ਕਿਤੇ ਘਾਹ ਹੈ। ਇਸ ਵਿਰਾਨ ਬਾਗ ਦੇ ਮਾਲੀ ਵੀ ਇਸ ਬਾਗ ਨੂੰ ਛੱਡ ਚੁੱਕੇ ਆ। ਆਸੇ ਪਾਸੇ ਤੋਂ ਪਹਿਰਾ ਰੱਖਿਆ ਜਾਂਦਾ ਹੈ ਵੀ ਕੋਈ ਪਸ਼ੂ ਪਕਸ਼ੀ ਇਸ ਬਾਗ ਦੀ ਬਰਬਾਦੀ ਨਾ ਕਰੇ, ਕਿਉਂਕਿ ਸੁੱਕਿਆ ਹੋਇਆ ਹੈ। ਕਈ ਵਾਰ ਨਾ ਪਸ਼ੂ ਆਉਂਦੇ ਆ, ਉਜਾੜਾ ਕਰਨ, ਸੁੱਕੀਆਂ ਰੁੱਖਾਂ ਦੇ ਨਾਲ ਆਪਣਾ ਜਿਸਮ ਰਗੜਦੇ ਆ। ਹੁਣ ਬਾਗਬਾਨ ਇਸ ਬਾਗ ਦੇ ਵਿੱਚ ਗੇੜਾ ਲਾਉਂਦੇ ਆ। ਗੁਰੂ ਸਾਹਿਬ ਜਿਸ ਵੇਲੇ ਆਏ, ਚਰਨ ਸਤਿਗੁਰਾਂ ਨੇ ਇਸ ਬਾਗ ਵਿੱਚ ਪਾਇਆ। ਐਸੀ ਕਿਰਪਾ ਵਰਤੀ ਸੂਕੇ ਕਾਸਟ ਹਰਿਆ। ਕਹਿੰਦੇ ਉਹ ਸੁੱਕਿਆ ਹੋਇਆ ਬਾਗ ਮੁੱਦਤਾਂ ਤੋਂ ਇੱਕਦਮ ਹਰਾ ਭਰਾ ਹੋ ਗਿਆ। ਚੌਪਈ ਚਰਨ ਕਮਲ ਜਬ ਤੀਠਾਂ ਪਾਏ ਸੂਕੇ ਬਿਟਪ ਹਰੇ ਹੈ ਵਿਆਏ। ਬਸ ਚਰਨ ਪੈਣ ਦੀ ਦੇਰ ਸੀ। ਰਾਤ ਗੁਰੂ ਸਾਹਿਬ ਨੇ ਕੱਟੀ ਇਸ ਬਾਗ ਦੇ ਵਿੱਚ। ਭਾਈ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਭੂੰਜਈ ਆਰਾਮ ਕੀਤਾ। ਜਦ ਵੇਖਿਆ ਰੁੱਖ ਹਰੇ ਭਰੇ, ਫਲਾਂ ਨਾਲ ਲੱਦੇ ਹੋਏ ਆ, ਛੋਟੇ ਛੋਟੇ ਬੂਟੇ, ਵੇਲਾਂ ਹਰੀਆਂ ਭਰੀਆਂ ਹੋ ਕੇ ਵਧੀਆਂ ਹੋਈਆਂ ਨੇ। ਸਵੇਰ ਦਾ ਵੇਲਾ ਹੋਇਆ, ਇਲਾਕੇ 'ਚ ਹਾਹਾਕਾਰ ਮਚ ਗਈ। ਕਹਿੰਦੇ ਸੁੱਕਿਆ ਬਾਗ ਰਾਤੋਂ ਰਾਤ ਹਰਾ ਕਿਵੇਂ ਹੋ ਗਿਆ? ਕਿਸੇ ਨੇ ਜਾ ਕੇ ਬਾਗਬਾਨ ਕੋਲ ਦੱਸਿਆ, ਮਾਲੀ ਕੋਲ ਜਾ ਕੇ ਦੱਸਿਆ
ਹਰੇਕ ਬੰਦਾ ਹੈਰਾਨ, ਪਰ ਕੋਈ ਇਹ ਨਹੀਂ ਸੀ ਜਾਣਦਾ ਵੀ ਇਸ ਬਾਗ ਦੇ ਵਿੱਚ ਰੱਬ ਪਰਮੇਸ਼ਰ ਜੀ ਆਪ ਆਏ ਹੋਏ ਆ। ਹੁਣ ਬਾਗ ਕਿਹੜਾ ਛੋਟਾ, ਬਹੁਤ ਵੱਡਾ ਇਹ ਰਾਜੇ ਦਾ ਬਾਗ ਹੈ। ਰਾਜੇ ਮਹਾਰਾਜਿਆਂ ਦੇ ਬਗੀਚੇ ਬਹੁਤ ਵੱਡੇ ਹੁੰਦੇ ਆ। ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਵੀ ਰਾਤੋਂ ਰਾਤ ਬਾਗ ਦਾ ਹਰੇ ਹੋਣਾ ਕੋਈ ਖੇਡ ਨਹੀਂ ਹੈ, ਇਹ ਕੋਈ ਗੈਬੀ ਸ਼ਕਤੀ ਹੈ, ਕੋਈ ਕਰਾਮਾਤ ਵਾਪਰੀ ਹੈ। ਆਖਰ ਮੁਆਇਨਾ ਕਰਨ ਵਾਸਤੇ ਕਈ ਮਾਲੀ ਬਾਗਬਾਨ ਇਕੱਠੇ ਹੋਏ, ਬਾਗ ਵਿੱਚ ਪ੍ਰਵੇਸ਼ ਹੋਏ ਨੇ। ਸੁੰਦਰ ਸਖ ਦਲ ਫਲ ਫੂਲਾ, ਸੋਹਿਤ ਭਾ ਸਭ ਮਨ ਅਨਕੂਲਾ। ਜਿਸ ਵੇਲੇ ਬਾਗਬਾਨ ਇਕੱਠੇ ਹੋ ਕੇ ਮਾਲੀ ਚੱਲੇ ਆ, ਵੇਖਦੇ ਆ ਮਹਿਕਾਂ ਖਿਲਾਰਦੇ ਫੁੱਲ ਲੱਦੇ ਰੁੱਖ ਫਲਾਂ ਨਾਲ, ਹਰ ਪਾਸੇ ਹਰੀਆਂ ਭਰੀਆਂ ਬੇਲਾਂ, ਧਰਤੀ ਤੇ ਸੁੱਕੇ ਪੱਤ ਪਏ ਆ। ਅਚੰਭਾ ਜਿਹਾ ਹੋ ਗਿਆ। ਜਿਉਂ-ਜਿਉਂ ਬਾਗ 'ਚ ਵੜਦੇ ਆ, ਤਿਉ-ਤਿਉ ਹੈਰਾਨ ਹੁੰਦੇ ਆ ਵੀ ਬੇਰ ਉੱਤੇ ਫਲ ਕਿੱਥੋਂ ਆ ਗਏ। ਐਸਾ ਕੀ ਵਰਤ ਗਿਆ ਰਾਤੋਂ ਰਾਤ ਭਾਣਾ ਵੀ ਜਿਹੜੇ ਬਾਗ ਨੂੰ ਇਹ ਕਹਿ ਕੇ ਛੱਡ ਦਿੱਤਾ ਗਿਆ ਸੀ ਵੀ ਇਹ ਕਦੇ ਹਰਾ ਹੋ ਹੀ ਨਹੀਂ ਸਕਦਾ। ਬਾਗ ਨੂੰ ਸੋਕਾ ਕਿਹੜਾ ਲੱਗਾ? ਪਾਣੀ ਵਾਲਾ ਸੋਕਾ। ਜੇ ਕੋਈ ਫੁੱਲ ਬੂਟਾ ਹੋਵੇ, ਧੁੱਪ ਵਿੱਚ ਗਲ ਗਿਆ, ਸੜ ਗਿਆ, ਉਹਨੂੰ ਪਾਣੀ ਪਾ ਦਿਓ, ਹਰਾ ਹੋ ਜਾਂਦਾ ਹੈ। ਪਰ ਜਿਸ ਬੂਟੇ ਨੂੰ, ਰੁੱਖ ਨੂੰ, ਬਾਗ ਨੂੰ ਪਾਣੀ ਲੱਗ ਜੇ, ਉਹ ਪਾਣੀ ਨਾਲ ਮਰ ਜੇ, ਉਸ ਫਸਲ ਦਾ ਕੀ ਕਰੋਗੇ? ਕਦੇ ਹਰਾ ਨਹੀਂ ਹੁੰਦਾ। ਸਮੁੰਦਰ ਦੇ ਖਾਰੇ ਪਾਣੀ ਨੇ ਇਸ ਬਾਗ ਦੀਆਂ ਜੜ੍ਹਾਂ ਨੂੰ ਗਾਲ ਕੇ ਰੱਖ ਦਿੱਤਾ ਸੀ, ਇਹ ਸੁੱਕ ਚੁੱਕਿਆ ਸੀ। ਉਸ ਵੇਲੇ ਦੇ ਬਾਗਬਾਨਾਂ ਨੇ ਜਵਾਬ ਦੇ ਦਿੱਤਾ ਸੀ, ਇਹ ਬਾਗ ਦੁਬਾਰਾ ਲਾਇਆ ਜਾਏਗਾ, ਇਹ ਕਦੇ ਹਰਾ ਨਹੀਂ ਹੋ ਸਕਦਾ। ਇਹ ਸਹਿਜ ਸੁਭਾਈ ਹੋਇਆ। ਵਾਤਾਵਰਨ ਬਦਲ ਗਿਆ, ਬੜਾ ਸੋਹਣਾ ਬੱਦਲਵਾਈ ਦਾ ਮਾਹੌਲ ਹੋ ਗਿਆ। ਭਾਈ ਬਾਲਾ ਜੀ ਵੇਖ ਬੜੇ ਹੈਰਾਨ ਵੀ ਰਾਤੋਂ ਰਾਤ ਬਾਗ ਵਿੱਚ ਆਏ, ਖੁਸ਼ਬੂ ਹੋ ਗਈ। ਕਿਉਂਕਿ ਜਿੱਥੇ ਪਰਮੇਸ਼ਵਰ ਆਪ ਆਏ ਨੇ ਉੱਥੇ ਸਾਰੀ ਬਨਸਪਤੀ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ। ਇਹ ਤੇ ਕੋਈ ਵੱਡੀ ਗੱਲ ਨਹੀਂ ਹੈ, ਪਰ ਇਸ ਇਲਾਕੇ ਦੇ ਲੋਕਾਂ ਵਾਸਤੇ ਇਹ ਚਰਚਾ ਬਹੁਤ ਵੱਡੀ ਸੀ। ਰਾਜੇ ਦਾ ਹੁਕਮ ਹੋਇਆ, ਪਤਾ ਕਰੋ ਬਾਗ ਕਿਵੇਂ ਹਰਾ ਹੋਇਆ ਹੈ, ਤਲਾਸ਼ੀ ਕੀਤੀ ਜਾਏ ਬਾਗ ਦੀ। ਐਸਾ ਕੌਣ ਆ ਗਿਆ ਜਿਸ ਨੇ ਮੰਤਰ ਮਾਰ ਬਾਗ ਹਰਾ ਭਰਾ ਕੀਤਾ ਏ। ਜਬ ਹੈ ਨਗਰ ਕੇ ਲੋਕਣ ਦੇਖਾ, ਵਿਦੇਸ ਭਿੰਨ ਆਚਰਜ ਵਸੀਖਾ। ਇਸ ਸ਼ਹਿਰ ਦੇ ਲੋਕ ਬੜੇ ਹੈਰਾਨ ਹੋਏ, ਗੱਲਾਂ ਬਾਤਾਂ ਕਰਦੇ ਆ, ਆਪਣੇ ਕੋਲੋਂ ਘਾੜਤਾਂ ਘੜਦੇ। ਕੋਈ ਕਹਿੰਦਾ ਫਲਾਣਾ ਦੇਵਤਾ ਬੌੜ ਗਿਆ, ਕੋਈ ਕਹਿੰਦਾ ਕਲਯੁਗ ਦੇ ਸਮੇਂ ਦੇ ਵਿੱਚ ਪਰਮਾਤਮਾ ਨੇ ਆਪ ਕਿਰਪਾ ਕੀਤੀ, ਕੋਈ ਆਪਣੇ ਭਗਵਾਨ ਦਾ ਨਾਮ ਲਵੇ, ਕੋਈ ਕਿਸੇ ਦਾ, ਕੋਈ ਕਿਸੇ ਦਾ, ਕੋਈ ਕਿਸੇ ਦਾ। ਰੱਬ ਤੇ ਕੋਈ ਆ, ਪਰ ਲੋਕਾਂ ਦੇ ਰੱਬ ਤੇ ਬਹੁਤ ਨੇ। ਸਭ ਨੇ ਆਪਣੇ ਆਪਣੇ ਦਾਅਵੇ ਕੀਤੇ ਵੀ ਇਹ ਸਾਡੇ ਰੱਬ ਦੀ ਕਿਰਪਾ ਹੈ, ਸਾਡੇ ਰੱਬ ਦੀ ਕਿਰਪਾ। ਲੋਕਾਂ ਦਾ ਅਚੰਭਾ, ਤੇ ਬਾਗਬਾਨ ਲੱਭਦੇ ਫਿਰਦੇ ਆ। ਇਸ ਬਾਗ ਦੇ ਵਿੱਚ ਕੋਈ ਦਿਸਦਾ ਹੀ ਨਹੀਂ, ਕੋਈ ਨਜ਼ਰ ਨਹੀਂ ਆਉਂਦਾ, ਕਿਉਂਕਿ ਇੰਨੇ ਸੰਘਣੇ ਬਾਗ ਦੇ ਵਿੱਚ ਫਕੀਰਾਂ ਨੂੰ ਲੱਭਣਾ ਕਿਹੜਾ ਖੇਡ ਹੈ। ਜਿਸ ਬਾਗ ਦੇ ਵਿੱਚ ਕੋਈ ਪਸ਼ੂ ਵੀ ਨਹੀਂ ਆਉਂਦਾ, ਪੰਛੀ ਵੀ ਨਹੀਂ ਆਉਂਦਾ। ਅੱਜ ਉਸ ਬਾਗ ਦੀਆਂ ਲਹਿਰਾਂ ਬਹਿਰਾਂ ਵਾਪਸ ਆਈਆਂ, ਉਹ ਹਰਿਆ ਭਰਿਆ ਹੋਇਆ। ਲੱਭਦੇ ਲੱਭਦੇ ਕਹਿੰਦੇ ਇਹਨਾਂ ਬਾਗਬਾਨਾਂ ਦੀ, ਮਾਲੀਆਂ ਦੀ ਨਜ਼ਰ ਕੁਛ ਫਕੀਰਾਂ ਤੇ ਪਈ ਜੋ ਭੂੰਜੇ ਹੀ ਬੈਠੇ ਆ। ਇੱਕਦਮ ਚੁੱਪ ਹੋਏ, ਇਸ਼ਾਰਾ ਕੀਤਾ, ਡਰ ਕੇ ਰਹੋ, ਜਿਹੜੇ ਬਾਗ ਹਰਾ ਕਰ ਸਕਦੇ ਮਾਰ ਸਾਨੂੰ ਵੀ ਸਕਦੇ ਆ। ਕੀ ਪਤਾ ਕੌਣ ਹੈ? ਕਿਉਂਕਿ ਪਤਾ ਨਹੀਂ ਨਾ ਵੀ ਰੱਬ ਦੇ ਪਿਆਰੇ ਆ, ਫਕੀਰ ਨੇ, ਸਾਧੂ ਨੇ, ਸ਼ੈਤਾਨ ਨੇ, ਕੌਣ ਹੈ? ਇਹ ਤੇ ਜਾਣਾ ਹੀ ਨਹੀਂ ਜਾਂਦਾ। ਹੌਲੀ ਹੌਲੀ ਦੱਬੇ ਪੈਰ ਉਸ ਸਤਿਗੁਰਾਂ ਦੇ ਪਾਸ ਆਏ, ਜਿੱਥੇ ਪੈੜਾਂ ਦੇ ਨਿਸ਼ਾਨ ਪਏ ਸੀ, ਉਸ ਪਾਸੇ ਤੁਰਦੇ ਜਾਂਦੇ ਆ। ਨੇੜੇ ਆ ਕੇ ਵੇਖਿਆ, ਬੜੇ ਸਾਦਗੀ ਦੇ ਕੱਪੜੇ ਪਾਏ ਆ। 3 ਫਕੀਰ ਚੌਂਕੜਾ ਲਾ ਕੇ ਬੈਠੇ ਆ। ਉਹਨਾਂ ਚੋਂ ਇੱਕ ਫਕੀਰ ਰਵਾਬ ਵਜਾਉਂਦਾ। ਰਵਾਬ ਦੀਆਂ ਧੁਨਾਂ ਵੱਜਦੀਆਂ, ਮੋਰ, ਬਬੀਹੇ, ਕੁਛ ਪੰਛੀ ਪਰਿੰਦੇ ਇਹਨਾਂ ਫਕਰਾਂ ਦੇ ਆਸੇ ਪਾਸੇ ਬਹਿ ਕੇ ਧੁਨਾਂ ਸੁਣ ਰਹੇ ਨੇ। ਕੈਸਾ ਸਮਾਂ ਹੋਣਾ ਉਸ ਵੇਲੇ। ਕਹਿੰਦੇ ਬਾਗਾਂ ਦੇ ਫਲਾਂ ਦੇ ਵਿੱਚੋਂ ਰਸ ਚੁੰਦਾ ਹੈ। ਰੁੱਖ ਨੀਵੇਂ ਹੋ ਗਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਲਾ ਕੇ ਚੌਂਕੜਾ ਸੁਭਾਵਕ ਰਸਨਾ ਤੋਂ ਬਾਣੀ ਗਾ ਰਹੇ ਨੇ, ਤੇ ਭਾਈ ਮਰਦਾਨਾ ਜੀ ਰਵਾਬ ਵਜਾ ਰਹੇ ਨੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਉੱਥੇ ਝਿਮਾ ਝਿਮੇ ਅੰਮ੍ਰਿਤ ਵਰਸਦਾ ਹੈ। ਕਹਿੰਦੇ ਹੌਲੀ ਹੌਲੀ ਗਏ ਨੇੜੇ, ਸ਼ਬਦ ਦੀ ਸਮਾਪਤੀ ਹੋਈ। ਮਨ ਹੀ ਮਨ ਜਾਣਿਆ ਇੱਥੇ ਕੋਈ ਬੰਦਗੀ ਵਾਲਾ ਸਾਧੂ ਹੈ।
कोई रब्बी नूर लगदा ए। भगवान तब ही सुध पाई, आन गुरु पग गरीब निवाई। ਹੁਣ ਜਿਹੜੇ ਬਾਗਬਾਨ ਸਨ, ਬਾਗਬਾਨ ਉਹਨੂੰ ਕਹਿੰਦੇ ਆ ਜਿਹੜਾ ਇਸ ਬਾਗ ਦਾ ਮਾਲਕ ਹੋਵੇ। ਉਸ ਮਾਲਕ ਦੇ ਅੰਡਰ, ਸੁਪਰਡੈਂਟ ਦੇ ਅੰਦਰ ਜਿੰਨੇ ਬੰਦੇ ਆ, ਛੋਟੇ ਛੋਟੇ ਅਹੁਦਿਆਂ ਤੇ ਕੋਈ ਮਾਲੀ ਹੈ, ਕੋਈ ਛੋਟਾ ਬਾਗਬਾਨ ਹੈ, ਕਿਸੇ ਕੋਲ ਪਨੀਰੀ ਹੈ, ਕਿਸੇ ਕੋਲ ਫਰਾਂ ਦਾ ਇਲਾਕਾ ਹੈ, ਕਿਸੇ ਕੋਲ ਫੁੱਲ ਤੋੜ ਕੇ ਗੁਲਦਸਤੇ ਲੈ ਕੇ ਰਾਜੇ ਕੋਲ ਜਾਣ ਦੀ ਗੱਲ ਹੈ, ਕੋਈ ਰਾਜੇ ਦੀ ਸੇਜਾਂ ਤੇ ਫੁੱਲ ਵਿਛਾਉਂਦਾ ਹੈ। ਅਲੱਗ-ਅਲੱਗ ਕੰਮ ਹੁੰਦੇ ਆ। ਕਹਿੰਦੇ ਸਾਰਿਆਂ ਨੂੰ ਲੈ ਕੇ ਰਾਜੇ ਦਾ ਉਹ ਬਾਗਬਾਨ ਕੋਲ ਆਇਆ ਜਿਹੜਾ ਇਸ ਬਾਗ ਦਾ ਮਾਲਕ ਬਣਾਇਆ ਰਾਜੇ, ਜ਼ਿੰਮੇਵਾਰ। ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਵੇਖਿਆ, ਕਹਿੰਦੇ ਅੰਦਰੋਂ ਨਾ ਖਿੱਚ ਜੀ ਪਈ, ਲੱਗਿਆ ਜਿਵੇਂ ਕੋਈ ਰੱਬੀ ਰੂਪ ਹੋਵੇ। ਗੁਰੂ ਸਾਹਿਬ ਨੇ ਬੁਲਾਇਆ ਨਹੀਂ, ਨੇਤਰ ਭਰ ਕੇ ਉਹਦੇ ਵੱਲ ਵੇਖਿਆ। ਕਹਿੰਦੇ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਤਾ, ਵੰਦਨਾ ਕੀਤੀ, ਕੋਲ ਬਹਿ ਗਿਆ। ਬੈਠੂ ਤਾਂ ਵੇਖਿਆ ਉਹਨੇ ਵੀ ਬਾਗ ਹਰਾ ਭਰਾ ਇਹਨਾਂ ਦੀ ਕਿਰਪਾ ਨਾਲ ਹੋਇਆ। ਜਿਸ ਬਾਗ ਨੂੰ ਸਮੇਂ ਦੇ ਵਿਦਵਾਨ ਹਕੀਮ ਜਵਾਬ ਦੇ ਗਏ ਆ, ਅੱਜ ਵੀ ਯੂਨੀਵਰਸਿਟੀਆਂ ਦੇ ਵਿੱਚ ਤੁਹਾਨੂੰ ਇਦਾਂ ਦੇ ਲੋਕ ਮਿਲਣਗੇ ਜੋ ਬਾਗਾਂ ਦੀ, ਖੇਤਾਂ ਦੀ, ਫਸਲਾਂ ਦੀਆਂ, ਨਸਲਾਂ ਦੀਆਂ ਗੱਲਾਂ ਕਰਦੇ, ਦਵਾਈ ਬੂਟੀ ਉਹਨਾਂ ਦਾ ਟ੍ਰੀਟਮੈਂਟ ਕਰਦੇ ਆ। ਹਰ ਪਲਾਂਟ ਦਾ ਟ੍ਰੀਟਮੈਂਟ ਹੁੰਦਾ, ਉਦੋਂ ਵੀ ਹੁੰਦਾ ਸੀ। ਉਹ ਸਾਰੇ ਹੈਰਾਨ, ਮੱਥਾ ਟੇਕਿਆ, ਕੋਲ ਬਹਿ ਗਏ। ਪੁੱਛਦੇ ਆ ਮਹਾਂਪੁਰਖੋ ਕਿੱਥੋਂ ਆਏ ਹੋ? ਗੁਰੂ ਸਾਹਿਬ ਨਹੀਂ ਬੋਲੇ। ਭਾਈ ਮਰਦਾਨਾ ਜੀ ਕਹਿੰਦੇ ਇਹਨੇ ਗੁਰੂ ਨਾਨਕ ਸਾਹਿਬ, ਉਹਨਾਂ ਲਈ ਨਵੀਂ ਗੱਲ ਨਹੀਂ ਸੀ ਕੋਈ। ਇੱਥੇ ਤੇ ਬਾਬਾ ਨਾਨਕ ਬਣ ਕੇ ਰੋਜ਼ ਹੀ ਕੋਈ ਨਾ ਕੋਈ ਤੁਰਿਆ ਰਹਿੰਦਾ ਸੀ, ਕੋਈ ਕਿਸੇ ਮਹੱਲੇ, ਕੋਈ ਕਿਸੇ ਮਹੱਲੇ। ਪਰ ਇਹ ਫਕੀਰ ਬੜੇ ਅਵੱਲੇ ਸੀ, ਕਿਸੇ ਵਿਹੜੇ ਨਹੀਂ ਗਏ, ਕਿਸੇ ਦੇ ਮਹੱਲੇ ਨਹੀਂ ਗਏ, ਕਿਸੇ ਦੇ ਘਰ ਨਹੀਂ ਉਤਰੇ। ਆ ਕੇ ਉੱਥੇ ਬਹਿ ਗਏ ਜਿੱਥੇ ਬੀਆਬਾਨ ਬਣਿਆ ਸੀ, ਕੋਈ ਆਉਂਦਾ ਨਹੀਂ ਸੀ, ਜਾਂਦਾ ਨਹੀਂ, ਪੰਛੀ ਵੀ ਖੰਭ ਨਹੀਂ ਸੀ ਮਾਰਦਾ। ਬੜੀ ਸ਼ਰਧਾ ਦੇ ਨਾਲ ਬਾਗਬਾਨ ਕੋਲ ਬੈਠਿਆ, ਮੱਥਾ ਟੇਕ ਕੇ ਪੁੱਛਦਾ ਹੈ, ਭਾਈ ਮਰਦਾਨਾ ਜੀ ਕਹਿੰਦੇ ਇਹਨੇ ਜਗਤ ਗੁਰੂ, ਗੁਰੂ ਨਾਨਕ ਸਾਹਿਬ ਸਮੁੱਚੇ ਜਗਤ ਦੇ ਗੁਰੂ ਨੇ, ਮਾਨਵਤਾ ਦੇ ਸਤਿਗੁਰ ਹਨ। ਹਰਖ ਕੀਨ ਤਿਨ ਦੇ ਵਿਸਾਲਾ, ਪੁਨ ਗਵਣਿਓ ਗਹਿ ਤੋ ਪਵਾਲਾ। ਉਸੇ ਵੇਲੇ ਨਮਸਕਾਰ ਕੀਤੀ, ਬੜਾ ਖੁਸ਼ ਹੋਇਆ ਅੰਦਰੋਂ, ਕਿਉਂਕਿ ਬਾਗਬਾਨ ਨੂੰ ਲੱਗਦਾ ਹੈ ਵੀ ਜਿਨ੍ਹਾਂ ਦੇ ਆਇਆਂ ਤੋਂ ਬਾਗ ਹਰਾ ਹੋ ਗਿਆ, ਕੋਈ ਛੋਟੀ ਖੁਦਾਈ ਤੇ ਹੈ ਨਹੀਂ। ਭਾਈ ਮਰਦਾਨਾ ਜੀ ਕਹਿੰਦੇ ਕਿੱਥੇ ਚੱਲੇ ਹੋ? ਕਹਿੰਦਾ ਜੀ ਆਪਣੇ ਰਾਜੇ ਕੋਲ। ਦੱਸ ਤੇ ਆਵਾਂ ਰਾਜੇ ਨੂੰ ਵੀ ਬਾਗ ਵਿੱਚ ਪੂਰੇ ਗੁਰੂ ਆਏ ਆ? ਕਹਿੰਦੇ ਜਾਓ। ਖੁਸ਼ੀ ਖੁਸ਼ੀ ਦੌੜਿਆ ਆਇਆ ਵੀ ਮੈਂ ਰਾਜੇ ਨੂੰ ਆ ਕੇ ਦੱਸਾਂ, ਜਿਸ ਰੱਬ ਨੂੰ ਰੋਜ਼ ਚੇਤੇ ਕਰਦਾ ਉਹ ਸੱਚਮੁੱਚ ਹੀ ਆ ਗਿਆ। ਰਾਜੇ ਕੋਲ ਭੱਜ ਕੇ ਆਇਆ, ਖੁਸ਼ੀ ਰਾਜੇ ਨੇ ਦਰਬਾਰ 'ਚ ਵੇਖੀ ਆਪਣੇ ਬਾਗਬਾਨ ਦੀ। ਕਹਿੰਦਾ ਤੂੰ ਕਿਉਂ ਖੁਸ਼ ਹੈ? ਕਹਿੰਦਾ ਜਿਸ ਸਤਿਗੁਰੂ ਨਾਨਕ ਨੂੰ ਤੂੰ ਚੇਤੇ ਕਰਦਾ ਸੀ ਨਾ, ਅੱਜ ਤੇਰੇ ਬਾਗ ਵਿੱਚ ਆਣ ਬੈਠੇ ਨੇ। ਜਾਏ ਸਭਾ ਮਹਿ ਗਿਰਾ ਉਬਾਚੀ, ਸੁਣੋ ਬਾਤ ਭੂਪਤ ਮਮ ਸਾਚੇ। ਰਾਜੇ ਨੂੰ ਉੱਚੀ ਦੇਣੇ ਆਵਾਜ਼ ਦੇ ਕੇ ਬਾਗਬਾਨ ਆ ਕੇ ਕਹਿੰਦਾ ਰਾਜਨ ਸੱਚੀ ਗੱਲ ਹੈ, ਸੱਚੀ ਰੱਬ ਆ ਗਿਆ। ਰਾਜਾ ਕਹਿੰਦਾ ਫਿਰ ਕੀ ਹੋਇਆ? ਰਾਜਾ ਇਦਾਂ ਦਾ ਕਿਉਂ ਗਿਆ? ਬੰਦਾ ਦੁਨੀਆ ਦਾ ਸਤਾਇਆ ਨਾ ਕਈ ਵਾਰ ਪੱਥਰ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਪ੍ਰੇਮ ਕਰਨ ਵਾਲਾ ਰਾਜਾ ਰੋਜ਼ ਚੇਤੇ ਕਰਦਾ, ਕੋਈ ਸ਼ੱਕ ਨਹੀਂ ਉਹ ਸਤਿਗੁਰਾਂ ਨੂੰ ਪ੍ਰੀਤ ਬੜੀ ਗਹਿਰੀ ਕਰਦਾ ਹੈ। ਪਰ ਜਦੋਂ ਗੁਰੂ ਦਾ ਨਾਮ ਰਖਾ ਕੇ ਕੁਝ ਧਰਮੀ ਲੋਕ ਆਉਂਦੇ ਸੀ, ਔਰਤਾਂ ਨਾਲ ਰਾਤਾਂ ਬਤੀਤ ਕਰਕੇ ਚਲੇ ਜਾਂਦੇ ਸੀ, ਕੋਈ ਉਦੋਂ ਰਾਜਾ ਕਿੰਨਾ ਤੜਫਦਾ ਹੋਣਾ ਵੀ ਧਰਮੀ ਲੋਕਾਂ ਦੇ ਆਹ ਹਾਲ ਨੇ। ਇਹੋ ਜਿਹੇ ਹੁੰਦੇ ਆ। ਤੁਸੀਂ ਕਿਸੇ ਧਾਰਮਿਕ ਬੰਦੇ ਨੂੰ ਮਾੜਾ ਕੰਮ ਕਰਦੇ ਵੇਖੋਗੇ, ਤੁਹਾਡਾ ਸਭ ਤੋਂ ਵਿਸ਼ਵਾਸ ਉੱਠ ਜਾਣਾ, ਯਾਰ ਇਹ ਤੇ ਇਹੋ ਜਿਹੀ ਆ। ਅਸੀਂ ਇਹੀ ਵੇਖ ਰਹੇ ਹਾਂ ਕਲਯੁਗ 'ਚ, ਇਹੀ ਤੇ ਪਰਖ ਹੈ ਸਾਡੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਆ, ਸਿੱਖਾ ਤੇਰੇ ਵਾਸਤੇ ਮੈਂ ਆਸੇ ਪਾਸੇ ਕਲਯੁਗ ਦੇ ਤਾਂਡਵ ਕਰਾਵਾਂਗਾ। ਤੈਨੂੰ ਆਪਣੇ ਗੁਰੂ ਤੇ ਪਿਆਰਿਆਂ ਤੇ ਭਰੋਸਾ ਹੋਏਗਾ, ਤੂੰ ਉਹਨਾਂ ਨੂੰ ਵੇਖ ਕਦੇ ਟੋਲੇਗਾ ਨਹੀਂ। ਅਜੇ ਤੇ ਸ਼ੁਰੂਆਤ ਹੈ। ਐਸਾ ਕੁਝ ਵੀ ਧਾਰਮਿਕ ਥਾਵਾਂ ਤੇ ਹੋਇਆ ਕਰੇਗਾ, ਲੋਕੀ ਕਹਿਣਗੇ ਸਾਡਾ ਰੱਬ ਤੋਂ ਭਰੋਸਾ ਹੀ ਉੱਠ ਗਿਆ। ਪਰ ਜਿਹੜਾ ਅਸਲ ਸਿੱਖ ਹੋਊ ਨਾ ਅੰਦਰੋਂ, ਉਹ ਕਹਿੰਦਾ ਮੈਂ ਲੋਕਾਂ ਤੋਂ ਕੀ ਲੈਣਾ ਹੈ, ਤੇ ਲੋਕਾਂ ਦੇ ਕਰਮ ਨੇ, ਮੇਰੇ ਸਤਿਗੁਰ ਦੇ ਕਰਮ ਤੇ ਬੜੇ ਉੱਤਮ ਨੇ, ਉਹ ਤੇ ਬੜੀ ਭਾਵਨਾ ਵਾਲੇ ਆ। ਅੱਜ ਇਹ ਗੱਲਾਂ ਸਾਡੇ ਵਿੱਚ ਨੇ। ਕਿਸੇ ਮਰਜ਼ੀ ਧਾਰਮਿਕ ਥਾਂ ਤੇ ਜਾ ਕੇ ਜਿਹੜੇ ਮਰਜ਼ੀ ਬੰਦੇ ਨੂੰ ਪਰਖ ਕੇ ਵੇਖ ਲਓ, ਹਰੇਕ ਬੰਦਾ ਅੰਦਰੋਂ ਸੜਿਆ ਪਿਆ, ਇੱਕ ਦੂਜੇ ਦੇ ਗਲ ਪੈਣ ਨੂੰ ਫਿਰਦਾ ਹੈ। ਪਤਾ ਨਹੀਂ ਕਿੱਦਾਂ ਅਸੀਂ ਕਥਾ ਕੀਰਤਨ 'ਚ ਮਜਬੂਰੀ 'ਚ ਇਕੱਠੇ ਹੋ ਕੇ ਬਹਿ ਜਾਂਦੇ। ਜੇ ਕਿਤੇ ਸਾਡਾ ਵਸ ਚੱਲੇ ਨਾ, ਅਸੀਂ ਤੇ ਕੁਰਸੀਆਂ ਫਿੱਟ ਕਰ ਲਈਏ ਵੀ ਇੱਥੇ ਜੇ ਬਹਿ ਗਿਆ ਤੇ ਤੇਰੀਆਂ ਲੱਤਾਂ ਤੋੜ ਦੂ। ਇੰਨੀ ਨਫ਼ਰਤ
ਹਰ ਬੰਦੇ 'ਚ ਭਰੀ ਹੋਈ ਹੈ। ਪਰ ਉਹ ਭਾਗਾਂ ਵਾਲੇ ਨੇ ਜੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲਣ ਆਉਂਦੇ, ਸਤਿਗੁਰ ਦੇ ਪਿਆਰ 'ਚ ਭਿੱਜੇ ਆਉਂਦੇ ਆ, ਕਿਸੇ ਦੀ ਔਗਣ ਨਹੀਂ ਵੇਖਦੇ। ਅੱਜ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਰਾਜਾ ਕਹਿੰਦਾ ਫੇਰ ਕੀ ਹੋਇਆ, ਇੱਥੇ ਤੇ ਨਾਨਕ ਜੀ ਰੋਜ਼ ਹੀ ਆਉਂਦੇ। ਮਤਲਬ ਉਹਦੀਆਂ ਗੱਲਾਂ ਦੇ ਵਿੱਚ ਨਾ ਇੱਕ ਦੁੱਖ ਸੀ ਰਾਜੇ ਦੀ। ਆਪਾਂ ਇਹ ਨਹੀਂ ਕਹਿ ਸਕਦੇ ਵੀ ਰਾਜਾ ਸਤਿਕਾਰ ਨਹੀਂ ਕਰਦਾ, ਨਹੀਂ। ਜਦੋਂ ਕੋਈ ਬੰਦਾ ਵਕਤ ਦਾ ਸਤਾਇਆ ਹੁੰਦਾ ਨਾ, ਤੇ ਜਦੋਂ ਉਹਦੇ ਸਾਹਮਣੇ ਉਹ ਗੱਲ ਰਿਪੀਟ ਹੋਵੇ, ਕਹਿੰਦਾ ਨਹੀਂ ਯਾਰ ਮੈਂ ਭਰੋਸਾ ਨਹੀਂ ਕਰ ਸਕਦਾ, ਮੈਂ ਟੁੱਟ ਚੁੱਕਿਆ ਹਾਂ, ਮੈਂ ਦੁਖੀ ਹੋ ਗਿਆ ਹਾਂ। ਪਰ ਇੱਥੇ ਆਇਆ ਬਾਗਬਾਨ ਬੜੀ ਖੁਸ਼ੀ 'ਚ ਦੱਸਦਾ ਹੈ, ਰਾਜਨ ਉਹ ਸੱਚਮੁੱਚ ਉਹੀ ਸਤਿਗੁਰ ਨੇ ਜੋ ਪੰਜਾਬੋਂ ਚੱਲ ਕੇ ਆਏ ਨੇ। ਤਮ ਸੰਤ ਏਕ ਚਲ ਆਇਓ, ਸੁਕੇ ਉਪਬਨ ਪਗ ਜਬ ਪਾਇਓ। ਰਾਜਾ ਕਹਿੰਦਾ ਤੂੰ ਕਿਵੇਂ ਕਹਿ ਸਕਦਾ ਵੀ ਉਹ ਗੁਰੂ ਨਾਨਕ ਸਾਹਿਬ ਨੇ? ਤੁਹਾਡੇ ਨਾਲ ਇੱਕ ਵਾਰ ਠੱਗੀ ਹੋ ਜੇ, ਤੁਹਾਡਾ ਕਿਸੇ ਤੇ ਵਿਸ਼ਵਾਸ ਬਣਦਾ ਜੀ ਮੁੜ ਕੇ? ਸੱਚੀ ਗੱਲ ਹੈ। ਉਹ ਇੱਕ ਬੰਦਾ, ਇੱਕ ਰਿਸ਼ਤੇਦਾਰ ਤੁਹਾਡੇ ਨਾਲ ਧੋਖਾ ਕਰ ਜੇ, ਤੁਹਾਡਾ ਕਿਸੇ ਤੇ ਵੀ ਭਰੋਸਾ ਨਹੀਂ ਬਣਦਾ। ਰਾਜਾ ਕਹਿੰਦਾ ਨਹੀਂ ਮੈਂ ਨਹੀਂ ਮੰਨ ਸਕਦਾ। ਉਹ ਕਹਿੰਦਾ ਜੀ ਮੈਂ ਇਸ ਕਰਕੇ ਮੰਨਿਆ, ਸਾਡਾ ਸੁੱਕਾ ਬਾਗ ਹਰਾ ਹੋ ਗਿਆ। ਰਾਜਾ ਕਹਿੰਦਾ ਹੈ ਇਹ ਕਿਵੇਂ ਹੋ ਗਿਆ? ਕਹਿੰਦਾ ਜੀ ਉਹਨਾਂ ਦੇ ਚਰਨ ਪਏ ਆ, ਚਰਨ ਪੈਣ ਦੀ ਦੇਰ ਸੀ, ਬਾਗ ਫਲਾਂ ਨਾਲ ਲੱਦਿਆ ਪਿਆ, ਫੁੱਲਾਂ ਨਾਲ ਭਰੀਆਂ ਪਈਆਂ ਬਗੀਚੀਆਂ, ਰਾਤੋਂ ਰਾਤ ਜਾ ਕੇ ਵੇਖੋ ਬਾਗ ਦੀ ਨੁਹਾਰ ਬਦਲ ਗਈ। ਕਹਿੰਦੇ ਰਾਜੇ ਦੇ ਦਿਲ ਨੂੰ ਗੱਲ ਲੱਗੀ, ਕੋਈ ਤੇ ਗੱਲ ਹੈ। ਅੱਜ ਤੱਕ ਕਿੰਨੇ ਆਏ ਆ, ਸੁੱਕੇ ਆਏ ਸੁੱਕੇ ਗਏ, ਕਿਸੇ ਨੇ ਕੁਝ ਖੱਟਿਆ ਇੱਥੇ ਆ ਕੇ, ਪਾਪ ਕਮਾਇਆ। ਜਿੰਨੇ ਸਾਧ ਆਏ ਉਹਨਾਂ ਲੜਕੀਆਂ ਦਾ ਰੂਪ ਵੇਖ ਵੇਖ ਡੋਲਦੇ ਰਹੇ, ਪਾਪ ਕਰਦੇ ਰਹੇ। ਤੇ ਰਾਜਾ ਕਹਿੰਦਾ ਸੀ ਇਹਨਾਂ ਨੂੰ ਇੱਜ਼ਤ ਮਾਣ ਨਾਲ ਤੋਰ ਦਿਓ, ਕਾਹਨੂੰ ਹੱਥ ਚੁੱਕਣਾ ਇਹਨਾਂ ਤੇ, ਕਿਉਂ ਇਹਨਾਂ ਨੂੰ ਸਜ਼ਾ ਦੇਣੀ ਹੈ? ਸਾਡਾ ਕਰਮ ਹੈ ਧਰਮ ਕਮਾਉਣਾ, ਇਹਨਾਂ ਪਾਪੀਆਂ ਨੂੰ ਸਜ਼ਾ ਤੇ ਰੱਬ ਨੇ ਦੇਣੀ, ਅਸੀਂ ਥੋੜਾ ਦੇਣੀ ਹੈ। ਜੇ ਆਹ ਗੱਲ ਜ਼ਿੰਦਗੀ 'ਚ ਸਮਝ ਆ ਜੇ ਫਿਰ ਰੌਲਾ ਕਾਹਦਾ? ਅਸੀਂ ਧਰਮਰਾਜ ਬਣੇ ਫਿਰਦੇ ਹਾਂ ਸਾਰੇ, ਜਿਹਨੂੰ ਮਰਜ਼ੀ ਛੇੜ ਕੇ ਵੇਖ ਲਾ। ਉਹ ਕਹਿੰਦਾ ਜਿੰਨਾ ਮੈਂ ਸਿਆਣਾ ਤੂੰ ਹੈ ਹੀ ਨਹੀਂ। ਧਰਮਰਾਜ ਨੇ ਧਰਮਰਾਜ ਰਹਿਣਾ। ਬੰਦਿਆ ਤੂੰ ਆਪਣੇ ਕਰਮ ਕਰ, ਆਪਣੇ ਕਰਮਾਂ ਬਾਰੇ ਸੋਚਿਆ ਕਰ ਵੀ ਤੂੰ ਕੀ ਕੀ ਕਰਦਾ। ਰਾਜਾ ਕਹਿੰਦਾ ਮੈਂ ਨਹੀਂ ਮੰਨ ਸਕਦਾ। ਠੀਕ ਹੈ, ਕੋਈ ਸਾਧੂ ਮਹਾਤਮਾ ਹੋਣਾ, ਮਾੜੀ ਮੋਟੀ ਕਰਾਮਾਤ ਹੋਣੀ, ਕਰਾਮਾਤਾਂ ਕੀ ਵੱਡੀਆਂ ਗੱਲਾਂ ਤੋਂ ਲੋਕਾਂ ਅੰਮ੍ਰਿਤ ਆਉਂਦੇ ਸੀ। ਜੇ ਕਿਸੇ ਨੇ ਬਾਗ ਹਰਾ ਕਰ ਵੀ ਦਿੱਤਾ, ਮੈਂ ਕਿਵੇਂ ਮੰਨਾਂ? ਉਹ ਗੁਰੂ ਨਾਨਕ ਸਾਹਿਬ ਰੇ ਹਰਿਆ ਹੋਤ ਭਇਓ ਤਤਕਾਲਾ, ਜਿਹ ਕਿਉ ਦਰਸ਼ਨ ਕਰਤ ਨਿਹਾਲਾ। ਤੇ ਬਾਗਬਾਨ ਕਹਿੰਦਾ ਜੀ ਜਿਨ੍ਹਾਂ ਦੇ ਦਰਸ਼ਨ ਕਰਕੇ ਮੈਨੂੰ ਸੰਤੁਸ਼ਟੀ ਮਿਲੀ ਆ, ਸ਼ਾਂਤੀ ਮਿਲੀ, ਮੈਨੂੰ ਲੱਗਦਾ ਉੱਤਮ ਪੁਰਸ਼ ਨੇ। ਉੱਤਮ ਪੁਰਸ਼ ਦਾ ਭਾਵ ਕੀ ਹੈ? ਜਿਸ ਇਨਸਾਨ ਕੋਲ ਬਹਿ ਕੇ ਗਲਤ ਵਿਚਾਰ ਨਾ ਆਉਣ, ਜਿਹਦੇ ਕੋਲ ਬਹਿ ਕੇ ਰੱਬ ਦਾ ਸ਼ੁਕਰ ਹੋਵੇ, ਵਾਕਿਆ ਹੀ ਉਹ ਇਨਸਾਨ ਉੱਤਮ ਹੁੰਦਾ ਹੈ ਮਨ ਕਰਕੇ। ਇੱਕ ਹੁੰਦਾ ਉੱਤਮ, ਦੂਜਾ ਹੁੰਦਾ ਮੱਧਮ, ਤੀਜਾ ਹੁੰਦਾ ਕਨਿਸ਼ਟ। ਤਿੰਨ ਤਰ੍ਹਾਂ ਦੇ ਲੋਕ ਇਸ ਦੁਨੀਆ ਵਿੱਚ ਨੇ। ਉੱਤਮ ਤੇ ਉਹ ਜੋ ਬੰਦਗੀ ਨਾਲ ਜੁੜਿਆ। ਮੱਧਮ ਕੌਣ ਹੈ? ਕਦੇ ਕਦਾਈ ਧਾਰਮਿਕ ਥਾਂ ਤੇ ਵੀ ਜਾਇਆ ਹੁੰਦਾ ਹੈ, ਕਦੇ ਕਦਾਈ ਠੇਕੇ ਤੇ ਵੀ ਜਾਇਆ ਹੁੰਦਾ, ਵਿੱਚ ਵਿਚਾਲੇ ਜਿਹੀ ਹੈ, ਧਰਮ ਨੂੰ ਵੀ ਮੰਨੀ ਜਾਂਦਾ, ਦੁਨੀਆ ਨੂੰ ਵੀ ਮੰਨੀ ਜਾਂਦਾ। ਤੀਜਾ ਕਨਿਸ਼ਟ। ਕਨਿਸ਼ਟ ਬੰਦਾ ਉਹ ਆ ਜਿਹੜਾ ਧਰਮ ਨੂੰ ਮੰਨਦਾ ਹੀ ਨਹੀਂ, ਨੀਚ ਕਹਿ ਲਓ, ਮਾੜੇ ਕਰਮ ਕਰਦਾ ਹੈ, ਖਾਣਾ ਵੀ ਮਾੜਾ, ਪਹਿਨਣਾ ਵੀ ਮਾੜਾ, ਵਰਤਣਾ ਵੀ ਮਾੜਾ, ਤੇ ਰੱਬ ਨੂੰ ਗਾਲਾਂ ਕੱਢਣੀਆਂ, ਰੱਬ ਦੇ ਪਿਆਰਿਆਂ ਨਾਲ ਨਫ਼ਰਤ ਕਰਨੀ, ਉਹ ਹੁੰਦਾ ਕਨਿਸ਼ਟ ਬੰਦੇ ਦਾ ਕੰਮ। ਬਾਗਬਾਨ ਕਹਿੰਦਾ ਜੀ ਬੜੇ ਉੱਤਮ ਪੁਰਸ਼ ਨੇ, ਉਹਨਾਂ ਨੂੰ ਵੇਖ ਮੇਰਾ ਮਨ ਸ਼ਾਂਤ ਜਿਹਾ ਹੋਈ ਜਾਂਦਾ ਹੈ। ਇੱਦਾਂ ਤੇ ਅੱਜ ਤੱਕ ਕਿਸੇ ਨੇ ਜ਼ਿੰਮੇਵਾਰੀ ਲਈ ਹੋ ਨਹੀਂ ਵੀ ਫਲਾਣਾ ਸੰਤ ਮੈਨੂੰ ਮਿਲਿਆ ਮੇਰਾ ਮਨ ਸ਼ਾਂਤ ਹੋਇਆ। ਰਾਜਾ ਕਹਿੰਦਾ ਮੈਂ ਨਹੀਂ ਮੰਨ ਸਕਦਾ, ਨਾ ਮੈਂ ਉਸ ਬਾਗ ਨੂੰ ਵੇਖਣ ਜਾਣਾ। ਬਾਗ ਹਰਿਆ ਹੋਣਾ ਕੋਈ ਗੁਰੂ ਨਾਨਕ ਸਾਹਿਬ ਦੀ ਨਿਸ਼ਾਨੀ ਥੋੜਾ ਹੈ। ਪਰਖ ਕੇ ਵੇਖਾਂਗੇ ਕਿ ਸੱਚਮੁੱਚ ਬਾਬਾ ਨਾਨਕ ਹੈ। ਦੇਖੋ ਪਖੰਡ ਬੰਦੇ ਨੂੰ ਰੱਬ ਤੋਂ ਕਿੰਨੀ ਦੂਰ ਕਰ ਦਿੰਦਾ। ਗੁਰੂ ਸਾਹਿਬ ਨੇ ਪਖੰਡ ਦੀ ਵਿਰੋਧਤਾ ਕਿਉਂ ਕੀਤੀ? ਸਾਨੂੰ ਲੱਗਦਾ ਹੈ ਬਾਣੀ ਕਹਿੰਦੀ ਆਹ ਨਹੀਂ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਸੱਚਮੁੱਚ ਹੀ ਕਹਿੰਦੀ ਬਾਣੀ, ਕਿਉਂਕਿ ਪਖੰਡ ਬੰਦੇ ਨੂੰ ਰੱਬ ਤੋਂ ਦੂਰ ਕਰ ਦਿੰਦਾ, ਬੰਦਿਆਂ ਦੀ ਪੂਜਾ ਤੱਕ ਹੀ ਸੀਮਤ ਰੱਖਦਾ। ਰਾਜਾ ਕਹਿੰਦਾ ਮੈਨੂੰ ਵਿਸ਼ਵਾਸ ਨਹੀਂ ਹੁੰਦਾ, ਮੇਰਾ ਭਰੋਸਾ ਨਹੀਂ ਬਣਦਾ। ਕੀ ਹੋਇਆ ਜੇ ਇੱਕ ਫਕੀਰ ਆਇਆ ਤੇ ਦੋ ਸਾਥੀ ਆਏ ਨੇ, ਅੱਗੇ ਕਿੰਨੇ ਆ ਗਏ? ਵੇਖੋ ਲਿਸਟ ਕੱਢ ਕੇ, ਕਹਿੰਦੇ ਫਾਈਲਾਂ ਭਰੀਆਂ ਪਈਆਂ ਸੀ, ਅੱਜ ਫਲਾਣਾ ਨਾਨਕ ਜੀ ਆ ਗਏ, ਅੱਜ ਫਲਾਣੇ ਨਾਨਕ ਜੀ ਆ ਗਏ, ਅੱਜ ਫਲਾਣੇ ਆ ਗਏ। ਰੋਜ਼ ਹੀ ਬਣ ਕੇ ਆ ਜਾਂਦਾ ਸੀ। ਪੰਡਤਾਂ ਨੇ ਪਾਇਆ ਚੋਲਾ, ਚੱਲ ਬਾਬਾ ਨਾਨਕ। ਮੁਸਲਮਾਨਾਂ ਨੇ ਪਾਇਆ ਚੋਲਾ, ਕਹਿੰਦੇ ਮੈਂ ਬਾਬਾ ਨਾਨਕ। ਬੋਧੀਆਂ ਨੇ ਪਾਇਆ ਚੋਲਾ, ਕਹਿੰਦੇ ਮੈਂ ਬਾਬਾ ਨਾਨਕ। ਯੋਗੀਆਂ ਨੇ ਪਾਇਆ, ਕਹਿੰਦੇ ਮੈਂ ਬਾਬਾ ਨਾਨਕ। ਉਹ ਰਾਜਾ ਵਿਚਾਰਾ ਕੀ ਕਰੇ? ਬਾਰ-ਬਾਰ ਤੁਹਾਨੂੰ ਉਹੀ ਟਰੈਕ ਦੇ ਬੰਦੇ ਮਿਲੀ ਜਾਣ ਤੇ ਤੁਸੀਂ ਕਹੋਗੇ ਮੇਰਾ ਤੇ ਕਿਸੇ ਧਰਮ ਤੇ ਵੀ ਭਰੋਸਾ ਨਹੀਂ ਰਿਹਾ।
ਬਾਗਬਾਨ ਕਹਿੰਦਾ ਰਾਜਨ ਇੱਕ ਵਾਰ ਜਾ ਕੇ ਤੇ ਵੇਖੋ, ਜੇ ਤੁਹਾਡੇ ਮਨ ਨੂੰ ਤਸੱਲੀ ਨਾ ਹੋਈ ਤੁਸੀਂ ਨਾ ਮੰਨਿਓ। ਤਵੈ ਚੇਲੇ ਹੈ ਤਾਂ ਕੇ ਸੰਗਾ, ਚਲੋ ਨਿਕਟ ਤਹਿ ਧਾਰ ਅਮੰਗਾ। ਬਾਗਬਾਨ ਕਹਿੰਦਾ ਰਾਜਨ ਮੇਰੇ ਕਹੇ ਇੱਕ ਵਾਰ ਚੱਲੋ, ਦੋ ਚੇਲੇ ਉਹਨਾਂ ਦੇ ਨਾਲ ਨੇ। ਤੇ ਰਾਜਾ ਹੱਸ ਪਿਆ ਵੀ ਅੱਗੇ ਵੀ ਤੇ ਸਾਰਿਆਂ ਨਾਲ ਦੋ ਹੀ ਚੇਲੇ ਹੁੰਦੇ। ਜਦੋਂ ਪਤਾ ਲੱਗਾ ਸੀ ਨਾ ਵੀ ਰਾਜਾ ਗੁਰੂ ਨਾਨਕ ਸਾਹਿਬ ਦਾ ਉਪਾਸ਼ਕ ਹੈ, ਇੱਥੋਂ ਗੱਲ ਫੈਲੀ। ਪਤਾ ਕੀਤਾ ਗੁਰੂ ਨਾਨਕ ਸਾਹਿਬ ਕੌਣ ਨੇ, ਪੰਜਾਬ ਤੋਂ ਪਤਾ ਲੱਗਿਆ ਭਾਈ ਬਾਲਾ ਮਰਦਾਨਾ ਉਹਨਾਂ ਦੇ ਸਾਥੀ ਨੇ, ਹਰੇਕ ਹੀ ਕੱਪੜੇ ਪਾ ਕੇ ਆ ਜਾ ਕਰੇ ਮੈਂ ਗੁਰੂ ਨਾਨਕ। ਕਿਉਂ ਆਉਂਦੇ ਸੀ? ਵੀ ਜੇ ਰਾਜਾ ਸਾਡਾ ਸੇਵਕ ਬਣ ਗਿਆ ਨਾ ਅਸੀਂ ਤੇ ਕਰੋੜਾਂ 'ਚ ਖੇਡਾਂਗੇ। ਰਾਜੇ ਨੂੰ ਆਖਾਂਗੇ ਰਾਜਿਆ ਰਾਜ ਛੱਡ ਤੂੰ ਭਗਤੀ ਕਰਿਆ ਕਰੋ, ਨੇ ਕਹਿਣਾ ਗੁਰੂ ਜੀ ਰਾਜ ਤੁਸੀਂ ਰੱਖੋ। ਕਿੱਥੇ ਬਿਰਤੀ ਖੜੀ ਸੀ ਉਹਨਾਂ ਪਖੰਡੀਆਂ ਦੀ। ਤੇ ਜਦੋਂ ਪਾਪ ਕਰਮ ਕਰਦੇ ਸੀ ਉਹ ਰਾਜੇ ਦੀ ਨਜ਼ਰ 'ਚ ਡਿੱਗਦੇ ਸੀ ਜਾਂ ਉੱਚੀ ਉੱਠਦੇ ਸੀ। ਜਦੋਂ ਸਵੇਰ ਹੁੰਦਿਆਂ ਰਿਪੋਰਟ ਆਉਂਦੀ ਸੀ ਵੀ ਇਹਨਾਂ ਵੇਸਵਾਵਾਂ ਨੇ ਇਹ ਬਾਬੇ ਗਰਕ ਕਰਤੇ, ਇਹ ਸਾਧ ਡੋਬਤੇ, ਧਰਮ ਤੋਂ ਖਤਮ ਹੋ ਗਏ ਨੇ, ਗਰਕ ਗਏ ਆ। ਤੇ ਫਿਰ ਰਾਜਾ ਕੱਲਾ ਬਹਿ ਕੇ ਰੋਂਦਾ ਸੀ, ਰੱਬਾ ਕਿੰਨੀਆਂ ਕੁ ਕਸਵੱਟੀਆਂ ਲਾਉਣੀਆਂ ਨੇ, ਤੇਰਾ ਰੂਪ ਬਣ ਬਣ ਕੇ ਰੋਜ਼ ਆਉਂਦੇ ਆ। ਇਹ ਕਿਉਂ ਆਉਂਦੇ ਸੀ? ਗੁਰੂ ਸਾਹਿਬ ਪਰਖਦੇ ਸੀ, ਰਾਜਿਆ ਤੇਰਾ ਸੱਚੇ ਰੱਬ ਤੇ ਭਰੋਸਾ ਕਿੰਨਾ ਕੁ ਹੈ। ਅੱਜ ਸਾਡੇ ਨਾਲ ਦੋ ਚਾਰ ਪਖੰਡੀ ਇਦਾਂ ਟੱਕਰ ਜਾਣ, ਸਾਡਾ ਰੱਬ ਤੋਂ ਹੀ ਭਰੋਸਾ ਚਲਿਆ ਜਾਂਦਾ। ਪਰ ਰੱਬ ਦੇ ਭਰੋਸਾ ਰਾਜੇ ਦਾ ਪੱਕਾ ਹੈ, ਉਹਦਾ ਲੋਕਾਂ ਦੇ ਭਰੋਸਾ ਨਹੀਂ। ਉਹ ਹਰੇਕ ਨੂੰ ਉਹੋ ਜਿਹਾ ਹੀ ਸਮਝਦਾ ਏ, ਕਸਵੱਟੀ ਲਾ ਕੇ ਵੇਖਦਾ ਏ। ਸਰੂਨ ਭੂਪਤ ਹਰ ਖਾਇਓ, ਮੰਤਰੀ ਆਪਣੋ ਨਿਕਟ ਬੁਲਾਇਓ। ਥੋੜੀ ਦੇਰ ਰਾਜਾ ਚੁੱਪ ਬੈਠਾ ਰਿਹਾ, ਫਿਰ ਖੁਸ਼ ਹੋਇਆ। ਉਹਨੇ ਫਿਰ ਆਪਣੇ ਮੰਤਰੀ ਨੂੰ ਕੋਲੇ ਬੁਲਾਇਆ, ਆਪ ਨਹੀਂ ਗਿਆ। ਰਾਜਾ ਇਸ ਗੱਲ ਨੂੰ ਸੋਚਦਾ ਮੈਂ ਜਾਵਾਂ, ਹੋ ਸਕਦਾ ਕੋਈ ਪਖੰਡੀ ਹੋਵੇ ਤੋਂ ਕਰਾਮਾਤਾਂ ਲੈ ਕੇ ਤੇ ਮੈਂ ਟੇਕ ਦਿਆਂ ਮੱਥਾ, ਤੇ ਮੇਰਾ ਸੱਚਾ ਰੱਬ ਤੇ ਰੁੱਸ ਜੂੜਾ ਮੇਰੇ ਨਾਲ। ਵੀ ਰਾਜਿਆ ਤੂੰ ਤੇ ਜਣੇ ਖਣੇ ਨੂੰ ਮੱਥਾ ਟੇਕਦਾ ਫਿਰਦਾ, ਤੂੰ ਕਿਹੜੇ ਰੱਬ ਨੂੰ ਮਿਲਣਾ ਚਾਹੁੰਦਾ? ਇਹ ਤੇ ਮਨਸੁਖ ਸ਼ਾਹੂਕਾਰ ਨੇ ਕਿਹਾ ਸੀ ਮੇਰਾ ਡਾਢਾ ਸਤਿਗੁਰੂ ਜਿਸ ਦਿਨ ਆਊਗਾ ਤੈਨੂੰ ਆਪੀ ਖਿੱਚ ਕੇ ਲੈ ਜਾਊਗਾ। ਆਖੋ ਸਤਨਾਮ। ਜਿੰਨੀਆਂ ਮਰਜ਼ੀ ਕਸਵੱਟੀਆਂ ਲਾ ਲਈ ਤੂੰ ਡੁਲਾ ਨਹੀਂ ਉਹਨੂੰ ਸਕਦਾ। ਪਰਖਣਾ ਵੀ ਜ਼ਰੂਰੀ ਹੈ। ਅੱਖਾਂ ਬੰਦ ਕਰਕੇ ਹਰ ਚੀਜ਼ ਤੇ ਐਤਵਾਰ ਨਹੀਂ ਕਰੀਦਾ, ਭਾਵੇਂ ਧਰਮ ਹੋਵੇ ਜਾਂ ਕੋਈ ਕਰਮ ਹੋਵੇ। ਅੰਧ ਭਗਤ ਕੌਣ ਨੇ? ਕੱਚੇ ਪਿੱਲੇ ਲੋਕ ਕਿਸੇ ਬਾਬੇ ਕੋਲ ਜਾਣ ਲੱਗੇ, ਗੁਰੂ ਜੀ ਕਹਿਣ ਲੱਗੇ, ਚਾਰ ਨੇ ਟਰਾਲੀਆਂ ਹੋਰ ਜੋੜੀਆਂ, ਉਹ ਵੀ ਮੱਥਾ ਟੇਕਣ ਲੱਗ ਗਏ। ਬਾਅਦ ਚੋਂ ਪਤਾ ਲੱਗਿਆ ਕੋਈ ਕਹਿੰਦਾ ਬਾਬਾ ਫਲਾਣੀ ਜੇਲ੍ਹ 'ਚ ਬੈਠਾ, ਬਾਬਾ ਸਾਡੇ ਨਾਲ ਇੰਨਾ ਕਰ ਗਿਆ, ਉਹ ਕਰ ਗਿਆ। ਰੋਂਦੇ ਆ ਨਾ। ਤੇ ਸੱਚਾ ਕੀ ਹੈ? ਪਰਖ ਕਰੀਏ ਸੱਚਾ ਕੀ। ਦਸਾਂ ਸਤਿਗੁਰਾਂ ਦਾ ਇਤਿਹਾਸ ਪੜ੍ਹ ਕੇ ਵੇਖੋ, ਪਤਾ ਲੱਗਦਾ ਉੱਤੇ ਅਕਾਲ ਪੁਰਖ ਦੇ ਚਰਨੀ ਜੋੜ ਰਹੇ ਆ। ਕਦੇ ਆਪਣੀ ਪੂਜਾ ਹੀ ਨਹੀਂ ਕਰਾਈ, ਆਪਣੀ ਮਾਨਤਾ ਹੀ ਨਹੀਂ ਦਰਸਾਈ। ਗੁਰੂ ਸਾਹਿਬ ਬੈਠੇ ਆ, ਦੁਪਹਿਰ ਦਾ ਸਮਾਂ ਹੋ ਗਿਆ, ਮੰਤਰੀ ਤਾਈ ਰਾਜਾ ਹੁਕਮ ਕਰਦਾ ਏ। ਕੇ ਸੰਗ ਕਹੀ ਬਾਣੀ, ਜਾਵੋ ਨਿਕਟ ਸੰਤ ਸੁਖਦਾਨੀ। ਤੇ ਫਿਰ ਰਾਜਾ ਕਹਿੰਦਾ ਉਸ ਮੰਤਰੀ ਨੂੰ, ਮੰਤਰੀ ਸਾਹਿਬ ਜਾਓ ਫਿਰ ਬਾਬਿਆਂ ਨੂੰ ਪਰਖ ਕੇ ਆਓ। ਬਾਬਾ ਸ਼ਬਦ ਕਿਉਂ ਵਰਤਿਆ? ਗੁਰੂ ਨਾਨਕ ਸਾਹਿਬ ਮਹਾਰਾਜ ਬੇਸ਼ੱਕ ਗੁਰੂ ਪਰਮਾਤਮਾ ਨੇ, ਪਰ ਉਹਨਾਂ ਨੂੰ ਬਾਬਾ ਕਹਿ ਕੇ ਬੁਲਾਇਆ ਜਾਂਦਾ ਸੀ। ਬਾਬਾ ਇੱਥੋਂ ਤੱਕ ਨਹੀਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਗੁਰਗੱਦੀ ਤੇ ਬੈਠੇ ਆ, ਬਾਬੇ ਬਕਾਲੇ ਦੀ ਧਰਤੀ ਤੇ। ਉੱਥੇ ਕੀ ਲਿਖਿਆ ਹੈ? ਬਾਬਾ ਵਸੇ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਗੁਰੂ ਸਾਹਿਬਾਂ ਨੂੰ ਬਾਬਾ ਕਹਿ ਕੇ ਪੂਜਿਆ ਜਾਂਦਾ ਸੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਤਾਪਣ ਸੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗੁਰੂ ਨਾਨਕ ਸਾਹਿਬ ਨੂੰ ਗੁਰਮੁਖ ਸ਼ਬਦ ਨਾਲ ਨਵਾਜਿਆ, ਬਾਬਾ ਸ਼ਬਦ ਨਾਲ ਨਵਾਜਿਆ। ਇੱਥੇ ਤੇ ਜਿਹੜਾ ਦਾੜੀ ਕੱਟੀ ਫਿਰਦਾ ਉਹਨੂੰ ਵੀ ਗੁਰਮੁਖਾ ਹੀ ਹੱਥ ਧਵਾਈ ਮੜੇ ਜੋ, ਗੁਰਮੁਖਾ ਚਾਹ ਪਾ ਕੇ ਦਈ, ਗੁਰਮੁਖਾ ਫਲਾਣਾ। ਓਏ ਭਲੇ ਮਾਨਸਾ ਵੇਖ ਤੇ ਲੈ, ਗੁਰਮੁਖ ਦੇ ਬਲੇਡ ਕਿਹੜਾ ਲਾਇਆ ਹੋਇਆ ਹੈ, ਸਿਰ ਤੇ ਵਾਲ ਹੈਗੇ ਕਿ ਨਹੀਂ ਹੈਗੇ, ਕਲ ਫਲਾਈ ਫਿਰਦਾ ਕਿ ਨਹੀਂ। ਇਹ ਗੁਰਮੁਖ ਹੁੰਦੇ ਆ। ਜੇ ਗੁਰਮੁਖ ਇਹੋ ਜਿਹੇ ਤੇ ਸਾਨੂੰ ਨਹੀਂ ਬਣਨਾ। ਆਖੋ ਸਤਨਾਮ। ਬਚਾਈ ਰੱਬਾ ਇਹੋ ਜਿਹਾ ਤੋਂ। ਗੁਰਮੁਖ ਉਹਨੂੰ ਕਹਿੰਦੇ ਆ ਜਿਹੜਾ ਗੁਰੂ ਨੂੰ ਮੁੱਖ ਰੱਖਦਾ ਹਰ ਕਾਰਜ ਦੇ ਵਿੱਚ। ਗੁਰੂ ਨਾਨਕ ਸਾਹਿਬ ਮਹਾਰਾਜ ਗੁਰਮੁਖ ਸਾਧੂ ਸੰਤ ਫਕੀਰ ਪਿਆਰੇ ਨੇ। ਤੇ ਰਾਜਾ ਕਹਿੰਦਾ ਜਿਹੜੇ ਸੁਖਦਾਈ ਸੰਤ ਨੇ, ਉਹਨੇ ਸੁਖਦਾਈ ਸ਼ਬਦ ਵਰਤਿਆ ਵੀ ਆ। ਬਾਗਬਾਨ ਕਹਿੰਦਾ ਵੀ ਬੜੇ ਸਾਧੂ ਪੱਕੇ ਆ। ਕਹਿੰਦਾ ਮੰਤਰੀ ਸਾਹਿਬ ਪਰਖ ਕੇ ਆਓ ਉਹਨਾਂ ਨੂੰ, ਕਸਵੱਟੀ ਲਾ ਕੇ ਵੇਖੋ, ਪੈਰ ਕੱਢ ਕੇ ਵੇਖੋ ਉਹਨਾਂ ਦੇ ਕਿੰਨੇ ਕੁ ਕੱਚੇ ਪੱਕੇ ਨੇ। ਜੇ ਸ੍ਰੀ ਨਾਨਕ ਆਗਮ ਕੀਨਾ,
ਕਰਹੁ ਪਰਖ ਭਲ ਬਿਦ ਲਿਹੁ ਚੀਨਾ। ਤੇ ਬਾਗਬਾਨ ਕਹਿੰਦਾ ਜੀ ਪਰਖ ਨਾ ਕਰੋ। ਰਾਜਾ ਕਹਿੰਦਾ ਦੁਨੀਆ ਦਾ ਸਤਾਇਆ, ਮੈਂ ਤੇ ਰੱਬ ਦੀ ਵੀ ਪਰਖ ਕਰੂੰ। ਮੈਨੂੰ ਕੀ ਪਤਾ ਲੱਗਣਾ ਰੱਬ ਕੌਣ ਹੈ। ਕੋਈ ਆ ਕੇ ਮੈਂ ਜਾ ਕੇ ਕਹਿੰਦਾ ਜੀ ਮੈਂ ਬਾਬਾ ਨਾਨਕ, ਮੈਂ ਰੱਬ ਹਾਂ ਜੀ, ਮੇਰੀ ਪੂਜਾ ਕਰੋ। ਤੁਹਾਡੇ ਕੋਲ ਕੀ ਅਥਾਰਟੀ ਹੈ ਵੀ ਮੇਰੀ ਬੰਦਗੀ ਕਿੰਨੀ ਕਾ, ਮੇਰਾ ਸਿਮਰਨ ਕਿੰਨਾ ਹੈ? ਉਹ ਤੇ ਪਰਖਣਾ ਹੀ ਪਊਗਾ ਨਾ। ਪਰਖੇ ਬਿਨਾਂ ਅਸੀਂ ਕੱਪੜੇ ਨਹੀਂ ਲੈਂਦੇ, ਪਰਖੇ ਬਿਨਾਂ ਗੱਡੀ ਨਹੀਂ ਲੈਂਦੇ, ਪਰਖੇ ਬਿਨਾਂ ਅਸੀਂ ਕਿਤੇ ਕੋਈ ਨਾਤਾ ਨਹੀਂ ਜੋੜਦੇ। ਪਰ ਜਦੋਂ ਧਰਮ ਦੀ ਗੱਲ ਆ ਜੇ ਕਹਿੰਦੇ ਨਾ ਨਾ ਪਰਖਣ ਦੀ ਲੋੜ ਨਹੀਂ, ਸੰਤਾਂ ਤੇ ਸ਼ੰਕਾ ਨਹੀਂ ਕਰਨਾ, ਰੱਬ ਦੇ ਪਿਆਰਿਆਂ ਤੇ ਉਂਗਲ ਨਹੀਂ ਚੁੱਕਣੀ। ਬਸ ਆਹੀ ਚੀਜ਼ ਸਾਡੇ ਦੇਸ਼ ਨੂੰ ਲੈ ਕੇ ਬਹਿ ਗਈ ਤੇ ਠੱਗਾਂ ਦੇ ਟੋਲੇ ਤੁਰ ਪਏ ਜੀ ਇਧਰਲੇ ਪਾਸੇ। ਬਿਜਨਸ ਸ਼ੁਰੂ ਕਰ ਲਿਆ ਲੋਕਾਂ ਧਰਮ ਦੇ ਨਾਂ ਤੇ। ਪਰ ਹਾਂ, ਸੁਖਮਨੀ ਸਾਹਿਬ ਦੀ ਬਾਣੀ ਪੜੋ। ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਹੋ? ਮਹਾਰਾਜ ਨੇ ਬਾਣੀ ਰੱਟੇ ਲਾਉਣ ਨੂੰ ਥੋੜਾ ਦਿੱਤੀ, ਸਾਨੂੰ ਪਰਖਣ ਵਾਸਤੇ ਦਿੱਤੀ। ਸਿੱਖਾ 8ਵੀਂ ਅਸ਼ਟਪਦੀ ਪੜ੍ਹ ਤੇ ਪਰਖ ਕੇ ਵੇਖ, ਬ੍ਰਹਮ ਗਿਆਨੀ ਕੈਸਾ ਏ। ਜੇ ਤੇ ਆ ਗੁਣੋ ਚ ਦਿਸਦੇ ਤੇ ਮੱਥਾ ਟੇਕ ਭਾਈ ਗੁਰੂ ਰੂਪ ਹੈ। ਸੰਤ ਕੈਸਾ ਹੈ, ਅਸ਼ਟਪਦੀ ਪੜ੍ਹ ਪਰਖ ਕੇ ਵੇਖ। ਗੁਰਮੁਖ ਕੈਸਾ ਹੈ, ਸੁਖਮਨੀ ਦੀ ਬਾਣੀ ਵਿੱਚ ਦਸੀਆਂ ਗੁਰਮੁਖ ਦੀਆਂ ਪ੍ਰਵੇਸ਼ਾਂ। ਪਾਪੀ ਕਿਹਨੂੰ ਕਹਿੰਦੇ ਆ, ਨਾਸਤਕ ਕਿਹਨੂੰ ਕਹਿੰਦੇ ਆ, ਮਨਮੁਖ ਕਿਹਨੂੰ ਕਹਿੰਦੇ ਆ। ਸੁਖਮਨੀ ਦੀ ਬਾਣੀ ਵਿੱਚ ਇੱਕ ਇੱਕ ਅੱਖਰ ਤੇ ਮਰਦ ਨੇ ਦੱਸਿਆ ਕਿਹੋ ਜਿਹੇ ਗੁਣ ਨੇ, ਕਿਹੋ ਜਿਹੇ ਕਰਮ ਨੇ, ਤੇ ਸਾਧ ਕਿਹਨੂੰ ਕਹਿੰਦੇ ਆ। ਅਸ਼ਟਪਦੀ ਪੂਰੀ ਹੈ ਨਾ। ਆਖਰੀ ਚ ਕਹਿੰਦੇ ਆ ਸਾਧ ਨਾਮ ਨਿਰਮਲਤਾ ਕੇ ਕਰਮ। ਸਾਧੂ ਉਹਨੂੰ ਕਹਿੰਦੇ ਆ ਜਿਹਦੇ ਕਰਮ ਨਿਰਮਲ ਨੇ। ਹੁਣ ਅਸੀਂ ਗੁਰਬਾਣੀ ਨੂੰ ਮੰਨਣ ਨੂੰ ਤਿਆਰ ਹੀ ਨਹੀਂ। ਮੈਂ ਕੱਪੜੇ ਪਾ ਕੇ ਕੱਲ ਨੂੰ ਡੇਰਾ ਖੋਲਣਾ, ਲੋਕੀ ਮੈਨੂੰ ਮੱਥਾ ਟੇਕੀ ਜਾਣਗੇ, ਬਾਬਾ ਜੀ ਬੜੀ ਛੋਟੀ ਉਮਰ ਦੇ ਆ, ਬੜੀ ਕਿਰਪਾ ਹੈ, ਰੱਬ ਨੇ, ਪਰਮਾਤਮਾ ਨੇ, ਇਹ ਉਹ ਬਹੁਤ ਕੁਛ ਹੈ। ਇਹ ਏਜੰਟ ਕੰਮ ਕਰਦੇ ਆ। ਹੁਣ ਰਾਜਾ ਦੁਖੀ ਹੋਇਆ ਹੈ, ਕਲਪਿਆ ਹੋਇਆ ਹੈ, ਆਪਣੇ ਮੰਤਰੀ ਨੂੰ ਕਹਿੰਦਾ ਪਰਖ ਕਰੀ ਪੱਕੀ, ਵੇਖੀ ਕਿਤੇ ਸੂਈ ਦੇ ਨੱਕੇ ਤੋਂ ਕੱਢੇ ਬਿਨਾਂ ਇਦਾਂ ਹੀ ਆ ਜੇ ਮੁੜ ਕੇ। ਕਿਉਂਕਿ ਮੈਂ ਆਪਣੇ ਪਿਆਰੇ ਦੀ ਪਰਖ ਕਰਦਾ, ਕਿਤੇ ਮੇਰਾ ਪਿਆਰਾ ਇਹਨਾਂ ਦੇ ਵਿੱਚੋਂ ਨਰਾਦਰ ਕਰਾ ਕੇ ਨਾ ਤੁਰ ਜੇ ਜਿਹੜੇ ਪਖੰਡੀ ਆਉਂਦੇ ਆ। ਉਹ ਕਹਿੰਦਾ ਰਾਜਨ ਚਿੰਤਾ ਨਾ, ਸਵੇਰ ਹੁੰਦਿਆਂ ਤੁਹਾਨੂੰ ਰਿਪੋਰਟ ਸੌਂਪ ਦਿਆਂਗੇ। ਪਰਸ਼ਰਾਮ ਸੁਣ ਬਚਿਆ ਵਨੀਪਾ, ਸੁੰਦਰ ਭੋਜਨ ਲੀਨ ਸਮੀਪਾ। ਮੰਤਰੀ ਦੀ ਡਿਊਟੀ ਲਾਈ ਗਈ, ਉਸ ਮੰਤਰੀ ਦਾ ਨਾਂ ਸੀ ਪਰਸ਼ਰਾਮ। ਮੱਥਾ ਟੇਕ ਰਾਜੇ ਨੂੰ ਦਰਬਾਰ ਚੋਂ ਬਾਹਰ ਆ ਗਿਆ। ਹੁਣ ਮੰਤਰੀ ਕਿਹਨੂੰ ਕਹਿੰਦੇ? ਜਿਹੜਾ ਮੰਤਰ ਕਰਦਾ ਹੈ। ਮੰਤਰ ਦਾ ਅਰਥ ਕੀ ਹੁੰਦਾ? ਜਾਦੂ ਟੂਣਾ ਨਹੀਂ। ਮੰਤਰ ਕਹਿੰਦੇ ਆ ਸਲਾਹ ਨੂੰ। ਮੰਤਰੀ ਉਸੇ ਨੂੰ ਕਿਹਾ ਜਾਂਦਾ ਜਿਹੜਾ ਰਾਜੇ ਨੂੰ ਮੰਤਰ ਦੱਸੇ। ਰਾਜਨ ਤੇਰਾ ਰਾਜ ਕਿੱਦਾਂ ਚੰਗਾ ਹੋ ਸਕਦਾ ਹੈ, ਤੇਰੀ ਪ੍ਰਜਾ ਦਾ ਭਲਾ ਕਿਵੇਂ ਹੋ ਸਕਦਾ ਹੈ। ਕਹਿੰਦੇ ਮੰਤਰੀ ਦਰਬਾਰ ਚੋਂ ਬਾਹਰ ਨਿਕਲਿਆ, ਉਹ ਆਇਆ ਸੂਬਕਾਰਾਂ ਕੋਲ। ਸੂਬਕਾਰ ਕੌਣ ਨੇ? ਲਾਂਗਰੀ। ਕਹਿੰਦਾ 36 ਪ੍ਰਕਾਰ ਦੇ ਭੋਜਨ ਬਣਾਓ ਖੁਸ਼ਬੂ ਵਾਲੇ। ਕੀ ਕਰਨਾ ਹੈ? ਸਾਧ ਪਰਖਣੇ ਆ। ਕਿਤੇ ਤਾਂ ਨਹੀਂ ਵੀ ਰੋਟੀਆਂ ਖਾ ਕੇ ਕਹਿਣ ਯਾਰ ਰੱਬ ਤੇਰਾ ਭਲਾ ਕਰੇ, ਜਾਂ ਭਗਤਾ ਤੂੰ ਮਹਾਨ ਹੈ। ਰੋਟੀਆਂ ਤੇ ਥੋੜਾ ਅਸੀਸਾਂ ਦਿੰਦੇ ਆ ਸਾਧੂ। ਸਾਧੂਆਂ ਦੀ ਪਰਖ ਕਰਕੇ ਵੇਖਿਓ, ਭਾਵੇਂ ਰੋਟੀ ਦੇ ਦਿਓ, ਭਾਵੇਂ ਜ਼ਹਿਰ ਦੇ ਦਿਓ। ਜੇ ਅਸੀਸ ਦੇਣੀ ਤੇ ਜ਼ਹਿਰ ਤੇ ਵੀ ਦੇ ਜਾਣਗੇ, ਤੇ ਜੇ ਨਹੀਂ ਭਲਾ ਕਹਿਣਗੇ ਤੇ ਫੁਲਕਾ ਛੱਕ ਕੇ ਵੀ ਨਹੀਂ ਕਹਿਣਗੇ। ਇਹ ਨਿਸ਼ਾਨੀਆਂ ਨੇ ਉਹਨਾਂ ਦੀਆਂ। ਰਾਜੇ ਨੇ ਜੀ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ। ਭੋਜਨ ਤਿਆਰ ਕਰਕੇ ਵੱਡੇ ਵੱਡੇ ਥਾਲਾਂ 'ਚ ਪਰੋਸੇ, ਤੇ ਉਹ ਥਾਲ ਪਤਾ ਕਿਹਨਾਂ ਚੁੱਕੇ ਆ? ਖੂਬਸੂਰਤ ਲੜਕੀਆਂ ਨੇ। ਅੱਜ ਤੁਸੀਂ ਕਿਸੇ ਹੋਟਲ ਤੇ ਜਾਂਦੇ ਹੋ, ਰੈਸਟੋਰੈਂਟ ਤੇ ਜਾਂਦੇ ਹੋ, ਕਿਸੇ ਪਲੇਨ ਤੇ ਜਾਂਦੇ ਹੋ, ਜਾਂ ਕਿਸੇ ਆਫਿਸ, ਕਿਸੇ ਹਸਪੀਟਲ ਦੀ ਰਿਸੈਪਸ਼ਨ ਤੇ ਜਾਂਦੇ ਹੋ, ਕੋਈ ਉਹਨਾਂ ਕੋਲ ਇੱਕ ਤਰੀਕਾ ਹੈ, ਚਾਹੇ ਉਹ ਕੋਈ ਚੈਨਲ ਹੋਵੇ। ਉਹਨਾਂ ਨੇ ਫੇਸ ਬਿਊਟੀ ਦੇ ਕੰਮ ਕਰਨਾ ਵੀ ਜਿਹੜੀ ਲੜਕੀ ਬਹੁਤ ਖੂਬਸੂਰਤ ਹੈ ਉਹਨੂੰ ਰਿਸੈਪਸ਼ਨ ਤੇ ਬਿਠਾਉਣਾ ਹੈ, ਜਿਹੜੀ ਬਹੁਤ ਵਧੀਆ ਬੋਲਦੀ ਹੋਵੇ ਉਹ ਕਿਤੇ ਵੀ ਚਲੇ ਜਾਓ। ਕਿਉਂਕਿ ਲੋਕਾਂ ਨੇ ਜਦੋਂ ਕਾਮੁਕਤਾ ਨਾਲ ਵੇਖਣਾ ਤੇ ਉੱਥੇ ਗਾਹਕਾਂ ਦੀ ਭੀੜ ਹੋਏਗੀ ਸਮਾਨ ਖਰੀਦਣ ਵਾਲਿਆਂ। ਨੋਟ ਕੀਤਾ ਕਦੇ? ਅੱਜ ਵੀ ਵਰਤਿਆ ਜਾਂਦਾ। ਏਅਰਲਾਈਨ ਦੇ ਵਿੱਚ ਜਿੱਚ ਬਹੁਤ ਖੂਬਸੂਰਤ ਲੋਕ ਹੋਣਗੇ, ਜਿੰਨਾ ਮਿੱਠਾ। ਲੋਕੀ ਕਹਿੰਦੇ ਯਾਰ ਲਫਤਾਂਸਾ ਦੀ ਟਿਕਟ ਬੁੱਕ ਕਰਾਓ, ਵਧੀਆ ਏ, ਐਮੀਰਾਤ ਦੀ ਕਰਾ ਲੈ। ਕਿਉਂ? ਟ੍ਰੀਟਮੈਂਟ ਬੜਾ ਸੋਹਣਾ ਹੈ, ਇੱਜ਼ਤ ਬੜੀ ਕਰਦੇ ਆ, ਬੜਾ ਮਿੱਠਾ ਬੋਲਦੇ ਆ। ਏਅਰ ਇੰਡੀਆ ਤੋਂ ਕੋਈ ਭੱਜਦੇ ਆ, ਉਹ ਕਹਿੰਦੇ ਯਾਰ ਚੂਹਾ ਵੀ ਵੜ ਜੇ ਸਿੱਧੇ ਮੂੰਹ ਨਹੀਂ ਬੋਲਦੇ। ਕਹਿੰਦੇ ਅਸੀਂ ਕੀ ਕਰੀਏ, ਟਿਕਟ ਕਟਾਈ ਫਿਰ ਕਿਤੇ ਹੋਰ ਕਰਾ ਲਾ। ਡਰਦੇ ਸੀ ਨਾ ਲੋਕ, ਇਹੀ ਕਾਰਨ ਸੀ। ਤੁਹਾਡੀ ਬੋਲਬਾਣੀ, ਤੁਹਾਡੀ ਫੇਸ ਬਿਊਟੀ ਕੰਮ ਕਰਦੀ ਹੈ। ਮਹਿੰਗੇ ਤੋਂ ਮਹਿੰਗਾ ਸਾਬਣ ਪਿਆ, ਵੇਖ ਰਹੇ ਹੋ ਸੋਹਣੀ ਦੀ ਫੋਟੋ, ਚਿੱਤ ਕਰਦਾ ਯਾਰ ਕਰੀਮ ਲੈ ਲਈਏ, ਗੋਰੇ ਹੋ ਜਾਣਗੇ। ਕਿਉਂਕਿ ਉਹਦੇ ਤੇ ਜਿਹੜੀ ਲੜਕੀ ਛਾਪੀ ਬਹੁਤ ਗੋਰੀ ਹੈ, ਬੜੇ ਫਿਲਟਰ ਲਾਏ ਹੋਏ ਆ। ਇਹ ਸੱਚੀਆਂ ਗੱਲਾਂ ਨੇ। ਹੁਣ ਕੋਲਗੇਟ ਲੈਣਾ, ਪੇਸਟ ਲੈਣਾ, ਉਹਦਾ ਦੰਦਾਂ ਨਾਲ ਕੀ ਮਤਲਬ ਆ? ਕਿਹੜਾ ਪੇਸਟ ਆ ਜਿਹੜਾ ਦੰਦ ਚਿੱਟੇ ਕਰਦਾ? ਦੱਸੋ। ਜੇ ਅੰਦਰੋਂ ਕੈਲਸ਼ੀਅਮ ਪੂਰਾ ਨਹੀਂ ਤੇ ਚਿੱਟਾ ਕਿੱਥੋਂ ਹੋ ਜਾਊਗਾ? ਲੱਗੇ ਹੋਇਆ ਘਸਾਉਣ ਵੀ ਉਹਦੇ ਦੰਦ ਚਮਕਦੇ ਸੀ।
ਐਡ ਦੇ ਵਿੱਚ ਆਂਦਾ ਨਾ ਫਰਕ ਮੰਨਦੇ ਇਫੈਕਟ, ਇਹ ਚੀਜ਼ਾਂ ਪ੍ਰਭਾਵ ਪਾਉਂਦੀਆਂ। ਕਹਿੰਦੇ ਮੰਤਰੀ ਨੇ ਮੰਤਰ ਘੜਿਆ, ਭੋਜਨ ਬਣਾਏ 36 ਪ੍ਰਕਾਰ ਦੇ, ਜਿਹਦੇ ਵਿੱਚ ਮਾਸ ਮਛਲੀ, ਦੂਜੀ ਤਰ੍ਹਾਂ ਦੇ ਭੋਜਨ, ਜਿਹੜੇ ਸਾਦਗੀ ਵਾਲੇ ਸ਼ਾਕਾਹਾਰੀ ਮਾਸਾਹਾਰੀ ਉਹ ਪਰਖਦੇ ਆ ਵੀ ਸਾਧ ਵੇਖਦੇ ਆ ਮੀਟ ਕਿੱਦਾਂ ਚਰਦੇ ਆ। ਆਉਂਦੇ ਸੀ ਪਹਿਲਾਂ ਹੱਡ ਹੁੱਡ ਖਾ ਕੇ ਲੰਘ ਜਾਂਦੇ ਸੀ, ਕਦੇ ਇੱਥੇ ਕਿਹੜਾ ਕੋਈ ਦੇਖਦਾ ਹੈ। ਰਾਜੇ ਦਾ ਤੇ ਭਰੋਸਾ ਬੜਾ ਹੈ। ਉਹਨਾਂ ਲੜਕੀਆਂ ਔਰਤਾਂ ਦੇ ਹੱਥ ਵੱਡੇ ਵੱਡੇ ਥਾਲ ਬਣਾਏ, ਆਪ ਵੀ ਹੱਥਾਂ 'ਚ ਭੇਟਾ ਲੈ ਕੇ, ਮਾਇਆ ਲੈ ਕੇ, ਸੁੱਕੇ ਮੇਵੇ ਲੈ ਕੇ ਉਸ ਬਾਗ ਵਿੱਚ ਪੁੱਜਿਆ ਏ। ਗਮਨਿਓ ਉਪਬਨ ਕੋ ਤਤਕਾਲਾ, ਜਹਾਂ ਬਿਰਾਜਤ ਦੀਨ ਦਿਆਲਾ। ਉਸੇ ਬਾਗ ਵਿੱਚ ਆਇਆ ਜਿੱਥੇ ਗੁਰੂ ਸਾਹਿਬ ਨਾ ਭੂੰਜੇ ਬੈਠੇ, ਕਿਸੇ ਥੜੇ ਤੇ ਨਹੀਂ ਬੈਠੇ, ਬੜੇ ਥੜੇ ਬਣੇ ਹੋਏ ਬਾਗ ਦੇ ਵਿੱਚ ਬਹਿਣ ਵਾਲੇ ਮਰਦ ਧਰਤੀ ਤੇ ਬੈਠੇ ਆ। ਲਿਆ ਕੇ ਸਤਿਗੁਰਾਂ ਦੇ ਸਾਹਮਣੇ ਚਾਦਰਾਂ ਵਿਛਾਈਆਂ। ਹੁਣ ਰਾਜੇ ਦਾ ਜੀ ਟ੍ਰੀਟਮੈਂਟ ਹੈ, ਕੋਈ ਮਾੜਾ ਮੋਟਾ ਹੋਣਾ, VIP ਤੇ ਹੋਊਗਾ ਨਾ, ਪਰਖਣਾ ਤੇ ਹੈ ਹੀ ਹੈ। ਕਹਿੰਦੇ ਸੋਹਣੀਆਂ ਸੋਹਣੀਆਂ ਚਾਦਰਾਂ ਗਲੀਚੇ ਵਿਛਾਏ ਗਏ, ਥਾਲ ਪਰੋਸੇ ਗਏ, ਮੱਥਾ ਟੇਕਿਆ, ਬੜੀ ਇੱਜ਼ਤ ਸ਼ਾਨੋ ਸ਼ੌਕਤ ਨਾਲ ਭੇਟਾ ਰੱਖੀ। ਇਹੋ ਚੀਜ਼ਾਂ ਨੇ ਬੰਦੇ ਨੂੰ ਡੁਲਾ ਦਿੰਦੀਆਂ ਨੇ, ਮਜ਼ਾਕ ਨਹੀਂ ਹੈ, ਇਹ ਸੱਚ ਹੈ। ਜੱਡਾ ਮਰਜੀ ਸਾਧ ਵੱਡਾ ਹੋਵੇ, 1 ਲੱਖ ਦਾ ਚੈੱਕ ਕੋਲੇ ਰੱਖ ਦਿਓ, ਮੈਂ ਕਹਿੰਦਾ ਉਹ ਕਹਿੰਦਾ ਵੀ ਲੈ ਚੇਲਾ ਤੇ ਪੱਕਾ ਹੀ ਹੈ ਸਾਡਾ। ਮਾਇਆ ਡੁਲਾ ਦਿੰਦੀ ਹੈ। 1 ਲੱਖ ਦੀ ਗੱਲ ਛੱਡੋ, ਮੇਰੇ ਵਰਗੇ ਨੂੰ 2100 3100 ਵੇ ਕੇ ਵੇਖ ਲਓ, ਇੱਕ ਸਿਫਤਾਂ ਹੀ ਕਰਨੋਂ ਨਹੀਂ ਹਟਦਾ। ਮਾਇਆ ਦੇ ਪੁਜਾਰੀਆਂ ਸੀ, ਕਿਤੇ ਨਾ ਕਿਤੇ ਖੜੇ ਆ। ਗੁਰੂ ਸਾਹਿਬ ਦੇ ਸਾਹਮਣੇ ਸੋਨੇ ਚਾਂਦੀ ਹੀਰੇ ਮੋਤੀਆਂ ਦੇ ਥਾਲ ਰੱਖੇ ਤੇ ਭੋਜਨ ਰੱਖਦਾ। ਇਹ ਕੀ ਹੈ ਵੀ ਜਦੋਂ ਸਾਧ ਵੇਖਣਗੇ ਨੀਤ ਫਿੱਟ ਜਾਣੀ, ਉਹਨਾਂ ਨੇ ਕਹਿਣਾ ਮੰਤਰੀਆ ਤੇਰਾ ਭਲਾ ਹੋ ਜੇ, ਰੱਬ ਤੈਨੂੰ ਬਹੁਤਾ ਦਵੇ, ਤੇਰਾ ਫਲਾਣਾ ਫਲਾਣਾ, ਬੜਾ ਕੁਛ ਬੋਲਣਗੇ। ਭਾਈ ਮਰਦਾਨੇ ਨੂੰ ਬੇਸ਼ੱਕ ਭੁੱਖ ਲੱਗੀ ਸੀ, ਉਹਨੇ ਗੁਰੂ ਸਾਹਿਬ ਦੇ ਦਿਲ ਦੀ ਜਾਣੀ, ਚੁੱਪ ਰਿਹਾ। ਭਾਈ ਬਾਲਾ ਜੀ ਸ਼ਾਂਤ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਵੱਲ ਵੇਖਿਆ ਤੇ ਨੇਤਰ ਨੀਵੇਂ ਕਰ ਲਏ। 36 ਪ੍ਰਕਾਰ ਦੇ ਭੋਜਨਾਂ ਵੱਲ ਗਰੀਬ ਨਵਾਜ ਪਾਤਸ਼ਾਹ ਨੇ ਤੱਕਿਆ ਵੀ ਨਾ। ਈਨ ਬੰਦਨਾ ਤਵੈ ਕਰ ਜੋਰੀ, ਆਗੇ ਭੋਜਨ ਧਰਿਓ ਬਿਹੋਰੀ। ਹੁਣ ਇਹ ਮੰਤਰੀ ਪਰਸੂਰਾਮ ਹੱਥ ਜੋੜ ਕੇ ਕਹਿੰਦਾ, ਹੇ ਗਰੀਬ ਨਵਾਜ, ਪੀਰ ਜੀ, ਫਕੀਰ ਜੀ, ਸੰਤ ਜੀ, ਮਹਾਤਮਾ ਜੀ, ਰੱਬ ਦੇ ਪਿਆਰਿਓ, ਰੱਬਾ ਮੇਰਿਆ। ਇਹ ਕੀ ਆ? ਇਹੀ ਚੀਜ਼ਾਂ ਬੰਦੇ ਨੂੰ ਧਰਮ ਤੋਂ ਤੋੜਦੀਆਂ ਨੇ। ਤੁਸੀਂ ਤੁਰੇ ਜਾਂਦੇ ਹੋ, ਤੁਹਾਨੂੰ ਕੋਈ ਆ ਕੇ ਕਹੇ ਸੰਤ ਜੀ ਬੜੀ ਕਿਰਪਾ ਤੁਹਾਡੇ ਤੇ, ਗੁਰਮੁਖਾ ਤੂੰ ਤੇ ਬੜਾ ਮਹਾਨ ਹੈ, ਬਸ ਆਹੀ ਸ਼ਬਦਾਂ ਦੀ ਹੇਰ ਫੇਰ ਹੈ, ਬੰਦਾ ਸੇਵਾ ਤੋਂ ਜਾਂਦਾ ਹੈ, ਸਿਮਰਨ ਤੋਂ ਜਾਂਦਾ ਹੈ, ਭਗਤੀ ਤੋਂ ਜਾਂਦਾ ਹੈ। ਉਹ ਕਹਿੰਦਾ ਮੈਨੂੰ ਪਾਠ ਕਰਨ ਦੀ ਕੀ ਲੋੜ ਹੈ, ਮੈਨੂੰ ਤਾਂ ਲੋਕ ਗਿਆਨੀ ਜੀ ਕਹਿੰਦੇ ਆ, ਮੈਨੂੰ ਤੇ ਲੋਕੀ ਗੁਰਮੁਖ ਪਿਆਰਾ ਕਹਿੰਦੇ ਆ, ਮੈਂ ਹੁਣ ਘੱਟ ਕਰਦੇ ਆ ਯਾਰ, ਸਾਰਿਆਂ ਨੂੰ ਪਤਾ ਮੈਂ ਤੇ ਪਾਠ ਬਹੁਤ ਕਰਦਾ। ਜਿਹੜੇ ਕੱਚੇ ਭਾਂਡੇ ਉਛਲ ਜਾਂਦੇ ਆ, ਜਿਹੜੇ ਪੱਕੇ ਨੇ ਨਾ ਉਹ ਕਹਿੰਦੇ ਆ ਗੱਲ ਸੁਣ ਲਾ ਮੇਰੀ, ਅੱਜ ਤੋਂ ਬਾਅਦ ਜੀ ਗੁਰਮੁਖ ਕਿਹਾ, ਸਾਧੂ ਕਿਹਾ, ਫਕੀਰ ਕਿਹਾ, ਰੱਬ ਦਾ ਪਿਆਰਾ ਕਿਹਾ, ਮੈਂ ਤੇਰੇ ਮਾਰਨੇ ਛਿੱਤਰ। ਉਹ ਕਹਿੰਦਾ ਕਿਉਂ? ਸਾਧੂਆਂ ਕੋ ਡਾਂਗਾ ਰੱਖੀਆਂ ਹੁੰਦੀਆਂ ਨਾ ਜਿਹੜੇ ਪੱਕੇ ਹੁੰਦੇ ਆ, ਜੇ ਕੋਈ ਮੱਥਾ ਟੇਕਦਾ ਮਾਰਦਿਆਂ ਮੌਰਾਂ ਤੇ ਕਹਿੰਦੇ ਇੱਧਰ ਆ, ਕਹਿੰਦੇ ਯਾਰ ਬਾਬਾ ਬੜਾ ਗਰਮ ਹੈ, ਗਾਲਾਂ ਕੱਢਦਾ। ਕਿਉਂ ਕੱਢਦਾ? ਉਹਨੂੰ ਪਤਾ ਹੈ ਵੀ ਇਹ ਉਹੀ ਲੋਕ ਨੇ ਜਿਹੜੇ ਤਾਰੀਫਾਂ ਦੇ ਪੁਲ ਬੰਨ ਬੰਨ ਕੇ ਮੇਰੀ ਅੰਦਰ ਦੀ ਲਿਵ, ਮੇਰੀ ਅੰਦਰ ਦੀ ਸੁਰਤ ਮੇਰੇ ਰੱਬ ਤੋਂ ਤੋੜਦੇ ਨੇ। ਮੈਂ ਇਹ ਮਾਇਆ ਤੋਂ ਬਚਣਾ, ਇਹ ਮਾਇਆ ਦਾ ਰੂਪ ਹੈ। ਤੁਹਾਨੂੰ ਕੋਈ ਬਾਰ-ਬਾਰ ਗੁਰਮੁਖ ਪਿਆਰਾ ਕਹਿੰਦਾ, ਬਚੋ ਉਸ ਪਾਪੀ ਬੰਦੇ ਤੋਂ, ਤੁਹਾਡੀ ਭਗਤੀ ਤੋੜ ਰਿਹਾ ਹੈ, ਤੁਹਾਨੂੰ ਰੱਬ ਤੋਂ ਦੂਰ ਕਰਦਾ ਹੈ। ਸਾਨੂੰ ਚੰਗਾ ਲੱਗੀ ਜਾਂਦਾ ਹੈ। ਆ ਕੇ ਮਰਦ ਦੇ ਸਾਹਮਣੇ ਉਹਨੇ ਬੜੇ ਤਖੱਲਸ ਵਰਤੇ। ਮੰਤਰੀ ਹੈ ਫਿਰ ਆਖਰਕਾਰ, ਰਾਜਨੀਤੀ ਵਰਤਦਾ, ਮਿੱਠੇ ਮਿੱਠੇ ਬੋਲ। ਕਹਿੰਦਾ ਮਹਾਂਪੁਰਖ ਬੜੀ ਕਿਰਪਾ ਕੀਤੀ, ਭਾਗ ਲਾਏ ਬਾਗ ਹਰਾ ਭਰਾ ਕਰਤਾ, ਰਾਜਾ ਤੇ ਤੁਹਾਡਾ ਉਪਾਸ਼ਕ ਹੈ। ਇਹ ਸਾਰਿਆਂ ਨੂੰ ਹੀ ਕਹਿੰਦਾ ਸੀ, ਇਹ ਗੱਲ ਨਵੀਂ ਨਹੀਂ ਹੈ ਕੋਈ ਅੱਜ, ਪਰ ਅੰਤਰਜਾਮੀ ਸਤਿਗੁਰੂ ਦਿਲਾਂ ਦੀਆਂ ਜਾਣਦੇ ਨੇ। ਨਿਰਪਤ ਪਠਿਓ ਹੈ ਕਰੋ ਆਹਾਰ, ਸੁਣ ਸ੍ਰੀ ਨਾਨਕ ਬਚਨ ਉਚਾਰ। ਹੱਥ ਜੋੜ ਗੋਡੇ ਮੁੱਦੇ ਮਾਰ ਗੁਰੂ ਨਾਨਕ ਸਾਹਿਬ ਦੇ ਕੋਲ ਬਹਿ ਕੇ ਬਾਗ 'ਚ ਮੰਤਰੀ ਕਹਿੰਦਾ, ਜਿਸ ਮੰਤਰੀ ਨਾਲ ਸੈਂਕੜੇ ਸਿਪਾਹੀ ਨੇ, ਕਿੰਨੀਆਂ ਔਰਤਾਂ ਚੱਲ ਕੇ ਆਈਆਂ, ਹੱਥ ਜੋੜ ਕੇ ਖੜੀਆਂ, ਐਡਾ ਵਧੀਆ ਟ੍ਰੀਟਮੈਂਟ ਮਿਲੇ ਤੇ ਵੱਡੇ ਵੱਡੇ ਹਿੱਲ ਜਾਂਦੇ ਆ। ਕੋਈ ਅੱਜ ਦੇ ਸਮੇਂ ਦਾ ਸਾਧ, ਵੱਡੇ ਵੱਡੇ ਸਾਧ ਵੇਖੇ ਨਾ ਗੱਡੀਆਂ ਤੇ ਚੇਅਰਮੈਨ ਦੇ ਬਾਕਸ ਲਾਈ ਫਿਰਦੇ ਹੁੰਦੇ ਅੱਗੇ ਝੰਡੀ ਲਾ ਕੇ। ਉਹ ਕਹਿੰਦੇ ਯਾਰ ਪਹਿਲਾਂ ਇਹ ਦੱਸ ਵੀ ਤੂੰ ਸੰਤ ਹੈ, ਸਾਧੂਆਂ ਕਿ ਚੇਅਰਮੈਨ, ਤੂੰ ਕਿਸੇ ਪਾਰਟੀ ਦਾ ਬੁਲਾਰਾ ਹੈ? ਅੱਜ ਆਹ ਹਾਲਤ ਹੈ। ਹੁਣ ਜਿਸ ਵੇਲੇ ਕੋਈ ਇੰਨਾ ਮਾਣ ਸਨਮਾਨ ਮਿਲੇ ਇੱਥੇ, ਤੇ ਕਿਸੇ ਇੱਕ ਪ੍ਰਚਾਰਕ ਨੂੰ 4 ਗਨਮੈਨ ਮਿਲ ਜਾਣ, ਉਹ ਭੌਂਕਣ ਲੱਗ ਜਾਂਦਾ ਵੱਧ ਘੱਟ, ਕਹਿੰਦਾ ਲੈ ਮੈਨੂੰ ਡਰ ਆ ਕਿਸੇ ਦਾ, ਹੁਣ ਤੇ ਮੈਂ ਰੱਬ ਨੂੰ ਵੀ ਮਾੜਾ ਬੋਲੂ, ਮੈਂ ਤੇ ਕਹਿੰਦਾ ਰੱਬ ਹੀ ਨਹੀਂ ਹੁੰਦਾ। ਕਿਹਦੀ ਹਵਾ 'ਚ ਹੈ?
4 ਗਨਮੈਨ ਤੁਰੇ ਫਿਰਦੇ ਨਾਲ ਉਹਦੀ ਹਵਾ 'ਚ ਤੁਰਿਆ ਫਿਰਦਾ ਵੀ ਲੋਕ ਮੱਥੇ ਟੇਕਦੇ, ਮੈਂ ਲੋਕਾਂ ਤੋਂ ਕੀ ਲੈਣਾ। ਗੁਰੂ ਸਾਹਿਬ ਦੇ ਸਾਹਮਣੇ ਬੈਠ ਕੇ ਮੰਤਰੀ ਕਹਿੰਦਾ ਜੀ ਇਹ ਰਾਜੇ ਨੇ ਆਪ ਜੀ ਦੇ ਵਾਸਤੇ ਭੋਜਨ ਭੇਜਿਆ, ਆਪ ਜੀ ਇਹਨੂੰ ਪ੍ਰਵਾਨ ਕਰੋ। ਇਹ ਤੁੱਛ ਜੀ ਬੇਟਾ, ਤੁੱਛ ਮਤਲਬ ਬਿਲਕੁਲ ਕੁਛ ਵੀ ਹੈ ਨਹੀਂ ਇੱਥੇ ਜੀ, ਅਜੇ ਤੇ ਬਹੁਤ ਕੁਛ ਆਊਗਾ। ਗੁਰੂ ਸਾਹਿਬ ਨੇ ਉਹਦੇ ਵੱਲ ਵੇਖਿਆ, ਮਹਾਰਾਜ ਹੱਸ ਪਏ। ਹੱਸੇ ਕਿਉਂ? ਵੀ ਵਾਹ ਓਏ ਬੰਦਿਆ, ਫਕੀਰਾਂ ਨਾਲ ਵੀ ਚਲਾਕੀਆਂ ਖੇਡਦਾ। ਆਖੋ ਸਤਨਾਮ। ਅਸੀਂ ਪਰਖ ਲਾਂਗੇ ਕਿਸੇ ਨੂੰ? ਸਾਨੂੰ ਕੌਣ ਕਿਸ ਮੋੜ ਤੇ ਕਿਹੜੀਆਂ ਗੱਲਾਂ 'ਚ ਪਰਖਦਾ? ਸਾਡੇ 'ਚ ਸਮਰੱਥਾ ਹੈ ਸਮਝਣ ਦੀ? ਨਹੀਂ। ਸਾਨੂੰ ਲੋਕ ਮੂਰਖ ਬਣਾ ਜਾਂਦੇ ਆ, ਮੂੰਹ ਤੇ ਕੁਝ ਹੋਰ, ਪਿੱਠ ਪਿੱਛੂ ਕਈ ਵਾਰ ਹੋਰ ਹੁੰਦੇ ਆ। ਗੁਰੂ ਸਾਹਿਬ ਨੇ ਉਦੋਂ ਬੜੇ ਸਖਤ ਸ਼ਬਦਾਂ 'ਚ ਆਖਿਆ, ਕਹਿੰਦੇ ਪਰਸਰਾਮ ਇਹ ਕੀ ਲੈ ਕੇ ਆਇਆ? ਕਹਿੰਦਾ ਜੀ ਭੋਜਨ ਲੈ ਕੇ ਆਇਆ, ਸਵਾਦਿਸ਼ਟ। ਹੁਣ ਜਿਹੜੇ ਕੋਧਰੇ ਦੀ ਰੋਟੀ ਖਾਂਦੇ ਆ, ਫਕੀਰਾਂ ਵਾਲਾ ਜਿਨ੍ਹਾਂ ਦਾ ਲਿਬਾਸ ਹੈ, ਭੁੱਖ ਪਿਆਸ ਜਰਦੇ ਆ, ਉਹਨਾਂ 36 ਪ੍ਰਕਾਰ ਦੇ ਭੋਜਨਾਂ ਤੋਂ ਕੀ ਲੈਣਾ? ਗੁਰੂ ਸਾਹਿਬ ਨੇ ਕੋਲ ਬਿਠਾ ਲਿਆ। ਮਰਦ ਕਹਿੰਦੇ ਇੱਧਰ ਆ, ਸਾਡਾ ਬਚਨ ਸੁਣ ਲੈ। ਮਾਰੂ ਮਹੱਲਾ ਪਹਿਲਾ, ਰਸ ਕਸ ਸਵਾਦ ਅਨੇਕ ਹੈ, ਬਿਖ ਫਲ ਮੀਠੇ ਚਾਖ। ਉਸ ਵੇਲੇ ਸਤਿਗੁਰਾਂ ਨੇ ਰਾਗ ਮਾਰੂ ਵਿੱਚ ਅੰਮ੍ਰਿਤ ਬਚਨ ਆਖਿਆ, ਕਹਿੰਦੇ ਰਸ ਕਸ ਜਿੰਨੇ ਇਹ ਫਲ ਨੇ ਭਾਈ, ਇਹ ਸਾਰੇ ਫੀਕੇ ਨੇ, ਇਹ ਤੇ ਜ਼ਹਿਰ ਨੇ। ਤੂੰ ਫਕੀਰਾਂ ਨੂੰ ਜ਼ਹਿਰ ਦੇ ਕੇ ਮਾਰੇਂਗਾ। ਆਖੋ ਸਤਨਾਮ। ਇਹ ਤੇ ਵਿਖਿਆ ਦਾ ਫਲ ਹੈ, ਜ਼ਹਿਰ ਦਾ ਫਲ ਹੈ। ਸੱਚੀ ਗੱਲ ਹੈ। ਜਿੰਨਾ ਭੋਜਨ ਤਲਿਆ ਹੋਏਗਾ, ਵੱਧ ਮਸਾਲਿਆਂ ਵਾਲਾ ਹੋਏਗਾ, ਆਪਾਂ ਖੁਸ਼ ਹੁੰਦੇ ਆ ਵੀ ਮੈਂ ਗਿਆ ਜੀ ਫਲਾਣੇ ਨੇ ਮੈਨੂੰ 5 ਕੌਲੀਆਂ ਲਾਈਆਂ ਰੋਟੀ ਖਾਣ ਵਾਸਤੇ। ਖੁਸ਼ ਨਾ ਹੋ, ਦੁਸ਼ਮਣ ਹੈ ਤੇਰਾ। ਉਹ ਕਹਿੰਦਾ ਇਹ ਤੇ ਲੀਵਰ ਦਾ ਬੈਠੇ ਬੇੜਾ ਯਾਰ, ਇਹ ਤੇ ਇੰਨੀਆਂ ਚੜ ਜਾਂਦਾ ਹੈ। ਤੁਹਾਡੇ ਨਾਲ ਪਿਆਰ ਕਰਨ ਵਾਲਾ ਹੋ, ਤੁਹਾਨੂੰ 1 ਕੌਲੀ ਲਾ ਕੇ ਦੂ, ਸਿੰਪਲ। ਕਹਿੰਦਾ ਆ ਛਕੋ ਜੀ, ਸਿਹਤ ਲਈ ਚੰਗਾ ਹੈ। ਅੱਜ ਦੁਨੀਆ ਬਿਮਾਰ ਕਿਉਂ ਹੈ? ਵਿਆਹਾਂ 'ਚ ਜਾਂਦੇ ਆ, ਇੰਨੇ ਤੇ ਪਸ਼ੂਆਂ ਦੇ ਅੱਗੇ ਟੇਬਲ ਨਹੀਂ ਲੱਗੇ ਹੁੰਦੇ ਜੀ ਖੁਰਲੀਆਂ ਜਿੰਨੀਆਂ ਸਾਡੇ ਅੱਗੇ ਲੱਗੀਆਂ ਹੁੰਦੀਆਂ। ਕਿੰਨੇ ਆਪਸ਼ਨ ਪਏ, ਆ ਵੀ ਖਾ ਲਾ, ਆ ਵੀ ਖਾ ਲਾ। ਅਸੀਂ ਆਪਸ਼ਨ ਨਹੀਂ ਚੁਣਿਆ। ਪਹਿਲਾਂ ਪਨੀਰ ਪਕੌੜੇ ਆ ਗਏ, ਚੱਲਣ ਦੇ ਕਾਫੀ, ਚੱਲਣ ਦੇ ਕੋਕ, ਫਿਰ ਸਪਰਿੰਗ ਰੋਲ, ਚੱਲਣ ਦੇ ਟਿੱਕੀ, ਚੱਲਣ ਦੇ ਦਹੀਂ ਭੱਲਾ ਪਾਪੜੀ, ਸਭ ਕੁਝ ਖਾ ਪੀ ਕੇ ਉਜਾੜਾ ਕਰਕੇ ਬਾਅਦ 'ਚ ਜੇ ਕੋਈ ਕਹੇ ਨਾ ਵੀ ਚੱਲੀਏ ਸ਼ਗਨ ਪਾ ਕੇ, ਉਹ ਨਾ ਨਾ, ਰੋਟੀ ਲੱਗਣੀ ਹੈ। ਰੋਟੀ ਨਹੀਂ ਹੈ, ਬਰਬਾਦੀ ਹੈ ਤੇਰੀ। ਉਹ ਵੇਖੋ ਖਾ ਕੇ ਵਿਆਹਾਂ ਦਾ ਭੋਜਨ। ਅੱਜ ਲੋਕਾਂ ਦੀਆਂ ਉਮਰਾਂ ਘੱਟ ਕਿਉਂ ਨੇ? ਜਿਹੜੇ ਚੰਗੇ ਲੋਕ ਨੇ ਨਾ ਜੀ, ਚੰਗੇ, ਪਰਖ ਕੇ ਵੇਖਿਓ ਕਦੇ ਉਹਨਾਂ ਨੂੰ। ਕਿਸੇ ਦੇ ਵਿਆਹ ਤੇ ਜਾਣਗੇ, ਘਰੋਂ ਰੋਟੀ ਖਾ ਕੇ ਜਾਣਗੇ, ਉੱਥੇ ਬਸ ਮਾੜਾ ਮੋਟਾ ਫਰੂਟ ਖਾਧਾ ਕਰਨ ਨੂੰ। ਸਮਝ ਆਇਓ ਉਹਨਾਂ ਨੂੰ ਵੀ ਤੇ ਜ਼ਹਿਰ ਹੈ। ਦੁਨਿਆਵੀ ਤੌਰ ਤੇ ਵੀ ਬਹੁਤਾ ਰੰਗ ਬਰੰਗਾ ਭੋਜਨ ਖਾਣਾ ਜ਼ਹਿਰ ਹੈ। ਤੇ ਗੁਰੂ ਸਾਹਿਬ ਉਹਦੀ ਬਿਰਤੀ ਜਾਣ ਕੇ ਕਹਿੰਦੇ ਤੂੰ ਸਾਧੂਆਂ ਨੂੰ ਜ਼ਹਿਰ ਪਰੋਸਦਾ ਹੈ। ਉਹ ਕਾਹਦੀ ਯਾਰੀ ਤੇਰੀ, ਕਾਹਦਾ ਪਿਆਰ ਹੈ ਤੇਰਾ? ਉਹ ਗੁਰੂ ਸਾਹਿਬ ਦੇ ਮੁਖ ਵੱਲ ਵੇਖੇ ਵੀ ਮੈਂ ਤੇ ਇੰਨਾ ਸਮਾਨ ਲੈ ਕੇ ਆਇਆ ਜੀ, ਤੇ ਜ਼ਹਿਰ ਦੱਸਦੇ ਆ। ਸੁਭਾਵਿਕ ਗੱਲ ਹੈ, ਪਰ ਅੰਦਰੋਂ ਕਪਟ ਸੀ, ਛਲ ਸੀ ਵੀ ਵੇਖਾਂ ਫਕੀਰ ਔਰਤਾਂ ਵੱਲ ਵੇਖਦੇ ਆ ਜਾਂ ਭੋਜਨ ਨਿਬੇੜਦੇ ਆ। ਜੇ ਤੇ ਹੁੰਦਾ ਦੁਨਿਆਵੀ ਜਿਵੇਂ ਪਹਿਲਾਂ ਹੁੰਦੇ ਸੀ, ਉਹਨਾਂ ਕਹਿਣਾ ਸੀ ਪਾ ਯਾਰ ਹੋਰ, ਲਿਆ ਲੱਸੀ, ਲਿਆ ਦੁੱਧ, ਖਵਾ ਖੀਰ, ਵਾਹ ਬਈ ਬਹੁਤ ਆਨੰਦ ਆਇਆ, ਭਗਤਾ ਤੇਰੀ ਅਰਦਾਸ ਕਰਾਂਗੇ। ਡੋਲ ਗਿਆ ਰੋਟੀਆਂ ਤੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਖਤ ਸ਼ਬਦਾਂ ਦੇ ਵਿੱਚ ਮਾਰੂ ਰਾਗ ਵਿੱਚ ਸ਼ਬਦ ਉਚਾਰ ਕੇ ਆਖਿਆ, ਇਹ ਜਿੰਨੇ ਰਸ ਕਸ ਸਵਾਦ ਨੇ ਭਾਈ ਜੀਭ ਦੇ ਨੇ, ਆ ਤੂੰ ਜ਼ਹਿਰ ਪਰੋਸਿਆ ਏ। ਕਿਰਪਾ ਕਰੇ ਜਿਸ ਆਪਣੀ, ਤਾਂ ਕੋ ਰੱਖੇ ਆਪ। ਐਡਾ ਬਚਨ ਮਹਾਰਾਜ ਨੇ ਕਹਿਤਾ, ਕਿਰਪਾ ਕਰੇ ਜਿਸ ਆਪਣੀ, ਤਾਂ ਕੋ ਰੱਖੇ ਆਪ। ਕਹਿੰਦੇ ਰੱਬ ਪਰਮਾਤਮਾ ਜਿਹਦੇ ਤੇ ਕਿਰਪਾ ਕਰਦਾ, ਉਸੇ ਨੂੰ ਇਸੇ ਤੋਂ ਬਚਾ ਕੇ ਰੱਖਦਾ। ਬਚਾਉਣ ਦੀ ਗੱਲ ਕਰਦੇ ਜ਼ਹਿਰ ਤੋਂ। ਲੋੜ ਤੋਂ ਵੱਧ ਕੇ ਖਾਦਾ ਭੋਜਨ ਜ਼ਹਿਰ, ਲੋੜ ਤੋਂ ਵੱਧ ਕੇ ਮਹਿੰਗੇ ਪਾਏ ਕੱਪੜੇ ਜ਼ਹਿਰ, ਮਹਿੰਗੇ ਗਹਿਣੇ ਪਾ ਲੋ, ਕੰਨਾਂ ਦਾ ਹੀ ਨਹੀਂ ਪਤਾ ਕੌਣ ਲੈ ਜੇ ਵੱਢ ਕੇ। ਖਤਰਾ ਨਾ, ਹਰ ਪਾਸੇ ਖਤਰਾ। ਮਹਿੰਗੀ ਜੁੱਤੀ ਪਾ ਕੇ ਗੁਰਦੁਆਰੇ ਆ ਜਾਓ, ਬੈਠੇ ਕਥਾ ਕੀਰਤਨ ਧਿਆਨ ਜੋੜੇ ਕਰ ਰਹੇ ਯਾਰ, ਕੋਈ ਚਾਕੀ ਨਾ ਲਵੇ, ਜ਼ਹਿਰ ਹੀ ਹੈ। ਸਾਦਗੀ 'ਚ ਰਹੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਉਹ ਪਰਸਰਾਮ ਕੰਬ ਗਿਆ। ਪਰ ਉਹਦੀ ਡਿਊਟੀ ਲੱਗੀ ਆ ਰਾਜੇ ਵੱਲੋਂ, ਪਰਖ ਤੇ ਸਹੀ। ਉਹ ਸੋਚਦਾ ਵੀ ਇਹ ਸਾਧ ਐਵੇਂ ਨਾ ਡਰਾਮੇ ਜੇ ਕਰਦੇ ਆ ਵੀ ਕੋਈ ਗੱਲ ਨਹੀਂ, ਭੁੱਖ ਲੱਗੀ ਉਹ ਇਹਨਾਂ ਨੇ ਛੱਡਣਾ ਕੁਛ। ਪਰ ਗੁਰੂ ਸਾਹਿਬ ਨੇ ਸਪਸ਼ਟ ਕਹਿਤਾ ਕਿ ਇਹ ਰਸ ਕਸ ਜਿੰਨੇ ਸਵਾਦ ਸਾਰੇ ਫੀਕੇ ਨੇ। ਉਹ ਜਿਨ੍ਹਾਂ ਨੂੰ ਨਾਮ ਦੇ ਰਸ ਦਾ ਰਸ ਆ ਗਿਆ ਜੀ, ਉਹਨਾਂ ਨੂੰ ਜੱਗ ਦੇ ਪਦਾਰਥਾਂ ਦਾ ਰਸ ਹੀ ਆਉਂਦਾ ਹੈ। ਇਹ ਰਸ ਪੀਆ ਉਹ ਰਸ ਨਹੀਂ ਭਾਵਾ। ਉਹਨਾਂ ਨੂੰ ਇਹ ਰਸ, ਇਹ ਪਦਾਰਥ ਪਾਉਂਦੇ ਨਹੀਂ। ਜੱਗ ਦੇ ਪਦਾਰਥ ਉਹ ਨਹੀਂ ਛਕਦੇ।
ਗੁਰੂ ਨਾਨਕ ਸਾਹਿਬ ਜੀ ਨੇ ਸਪਸ਼ਟ ਸ਼ਬਦ ਕਹਿੰਦੇ। ਅੱਗੋਂ ਫਿਰ ਮੰਤਰੀ ਕਹਿੰਦਾ ਜੀ ਇਹ ਤੁਹਾਡੇ ਕਰਕੇ ਹੀ ਬਣਾਏ ਆ ਜੀ, ਆਪ ਜੀ ਦੇ ਪਿਆਰ 'ਚ ਭਿੱਜ ਕੇ ਰਾਜੇ ਨੇ ਖੁਦ ਤਿਆਰ ਕਰਾਏ। ਮਿੱਠੀਆਂ ਗੱਲਾਂ ਕਰਦਾ ਹੈ, ਗੁਰਾਂ ਨੂੰ ਭਰਮਾਉਣਾ ਚਾਹੁੰਦਾ ਏ। ਚੌਪਈ ਰਸ ਕਸ ਸਾਧ ਬਾਦੇ ਜਾਨੋ, ਨਾਮ ਮਹਾਰਸ ਸੁਖ ਦਾ ਮਾਨੋ। ਗੁਰੂ ਸਾਹਿਬ ਕਹਿੰਦੇ ਆ ਰਸ ਕਸ ਜੱਗ ਦੇ ਪਦਾਰਥਾਂ ਦੇ ਭਾਈ ਫੀਕੇ ਨੇ, ਦੁਖਦਾਈ ਨੇ। ਰੰਗ ਬਰੰਗਾ ਭੋਜਨ ਛਕ ਕੇ ਆਓ, ਵਿਆਹ ਤੋਂ ਲੋਕੀ ਢਿੱਡ ਫੜੀ ਫਿਰਦੇ, ਕਹਿੰਦੇ ਕੀ ਕਰੀਏ ਅੱਜ ਲੱਗਦਾ ਪੇਟ ਗੈਸ, ਅੱਜ ਨੀਂਦ ਨਹੀਂ ਆਉਣੀ, ਬਦ ਹਜਮੀ ਕਿਉਂ ਹੈ? ਜ਼ਹਿਰ ਖਾ ਕੇ ਆਇਆ ਤੇ ਹੋਣਾ ਹੀ ਹੈ। ਘਰ ਦੀ ਰੋਟੀ ਖਾ ਕੇ ਹੁੰਦਾ ਕਦੇ? ਇੱਕ ਦਾਲ ਹੋਵੇ ਜਾਂ ਇੱਕ ਸਬਜ਼ੀ ਹੋਵੇ, 4 ਫੁਲਕਿਆਂ ਦੀ ਭੁੱਖ ਹੈ, 2 ਖਾ ਕੇ ਵੇਖੋ, ਆਨੰਦ ਹੀ ਆਨੰਦ, ਰਸ ਹੀ ਰਸ। ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਹਿ ਦਿੱਤੇ, ਮਰਦ ਕਹਿੰਦੇ ਜ਼ਹਿਰ ਚੁੱਕ ਲਾ ਭਾਈ, ਸਾਨੂੰ ਨਹੀਂ ਚਾਹੀਦੀ, ਕਿਉਂ ਫਕੀਰਾਂ ਨੂੰ ਪਰੋਸਣ ਲੱਗੇ ਐ? ਇੱਥੇ ਤੇ ਕਈ ਦਿਨਾਂ ਦੀ ਭੁੱਖ ਹੁੰਦੀ ਹੈ, ਇੱਕ ਦਿਨ ਕੋਦਰੇ ਦੀ ਰੋਟੀ ਮਿਲ ਗਈ, ਨਾ ਮਿਲੀ ਤੇ ਨਾ ਸਹੀ। ਮਰਦ ਕਹਿੰਦੇ ਅਸੀਂ ਇਹ ਪ੍ਰਵਾਨ ਨਹੀਂ ਕਰਨਾ, ਲੈ ਜਾ ਵਾਪਸ। ਜਿਹੜੇ ਛਕਦੇ ਆ ਇਹ ਉਹਨਾਂ ਨੂੰ ਮੁਬਾਰਕ ਹੈ, ਸਾਨੂੰ ਤੇ ਨਾਮ ਦਾ ਰਸ ਆਉਂਦਾ, ਅਸੀਂ ਤੇ ਉਹ ਰਸ ਸੁਖਦਾਈ ਵਿੱਚ ਸੁਖੀ ਆ, ਇਹ ਤੇ ਦੁੱਖਾਂ ਦਾ ਕਾਰਨ ਹਨ। ਹਸੇ ਜੇ ਉਨ ਮਹਿ ਹੋਤ ਬਿਕਾਰਾ, ਆਹੇ ਨਾਮ ਕੇ ਰਸ ਅਵਕਾਰਾ। ਫਿਰ ਉਹ ਪਰਸਰਾਮ ਪੁੱਛਦਾ ਹੈ, ਕਹਿੰਦਾ ਕਿਉਂ ਨਹੀਂ ਛਕਦੇ? ਸਤਿਗੁਰ ਕਹਿੰਦੇ ਇਹ ਰਾਮ ਦਾ ਅਵਤਾਰ ਨਹੀਂ, ਇਹ ਕਾਮ ਦਾ ਅਵਤਾਰ ਹੈ। ਲੋੜ ਤੋਂ ਵੱਧ ਕੇ ਭੋਜਨ ਇਹ ਦੁੱਖਦਾਈ ਹੈ, ਤਕਲੀਫ ਦਿੰਦਾ ਹੈ। ਤੇ ਇਹਨੂੰ ਖਾ ਕੇ ਬੰਦਾ ਰੱਬ ਦੇ ਵਸ ਨਹੀਂ ਆਉਂਦਾ, ਵਿਕਾਰਾਂ ਦੇ ਵਸ ਆਉਂਦਾ ਹੈ। ਬਹੁਤਾ ਹੈਵੀ ਭੋਜਨ ਕਰਕੇ ਵੇਖੋ, ਡਿਨਰ ਕਰ ਲਓ, ਲੰਚ ਕਰ ਲਓ, ਬ੍ਰੇਕਫਾਸਟ ਕਰ ਲਓ, ਕੀ ਹੋਊਗਾ? ਯਾਰ ਮੈਂ ਸੋਣਾ, ਚਾਹ ਬਣਾ, ਅੱਖਾਂ ਨਹੀਂ ਖੁੱਲਦੀਆਂ। ਕੀ ਆ ਉਹ? ਲੋੜ ਤੋਂ ਵੱਧ ਕੇ ਹਾਲਤ ਮਾੜੀ ਹੋ ਗਈ ਹੈ, ਮਨ ਦਲਿੱਦਰੀ ਹੋ ਜੂ, ਸਰੀਰ ਦਲਿੱਦਰੀ ਹੋ ਜੂ। ਪਰਸਰਾਮ ਤਰਲੇ ਮਿੰਨਤਾਂ ਕਰੇ, ਕਹਿੰਦਾ ਪਾਤਸ਼ਾਹ ਥੋੜਾ ਜਿਹਾ ਛਕ ਲਓ। ਮਰਦ ਕਹਿੰਦੇ ਲੈ ਜਾ ਚੁੱਕ ਕੇ, ਜਿਹਨੇ ਭੇਜਿਆ ਉਹਨੂੰ ਛਕਾ ਖੋ, ਸਤਨਾਮ ਆਪ ਛਕਦਾ। ਹੁਣ ਪਰਖ ਕੇ ਵੇਖਿਓ, ਭਾਵੇਂ ਅੱਜ ਭਾਵੇਂ ਪੁਰਾਣਾ, ਜਿਹੜੇ ਰਾਜੇ ਮਹਾਰਾਜੇ ਹੋਣਗੇ ਨਾ ਜੀ, ਅੱਜ ਵੀ ਤੇ ਪੁਰਾਣੇ ਵੀ, ਉਹਨਾਂ ਦਾ ਭੋਜਨ ਇੰਨਾ ਸਿੰਪਲ ਹੁੰਦਾ, ਇੰਨਾ ਸਿੰਪਲ ਹੁੰਦਾ, ਉੱਤੇ ਤੜਕੇ ਵੀ ਨਹੀਂ ਲਾਉਂਦੇ। ਤੇ ਜਿਹੜੇ ਸਾਡੇ ਵਾਲਾ ਲਾਣਾ ਹੁੰਦਾ, ਉਹ ਕਹਿੰਦੇ ਇੱਕ ਸਬਜ਼ੀ ਨੂੰ 4 ਵਾਰ ਤੜਕਾ, ਤੇ ਦਹੀਂ ਨੂੰ ਵੀ ਤੜਕਾ ਲਾਈ। ਬਹੁਤ ਕੁਝ ਚੱਲਦਾ ਹੈ। ਇਹੀ ਕਾਰਨ ਹੈ ਸਾਥੋਂ ਨਾਮ ਨਹੀਂ ਜਪਿਆ ਜਾਂਦਾ, ਸੇਵਾ ਨਹੀਂ ਕੀਤੀ ਜਾਂਦੀ, ਗੁਰੂ ਘਰ ਜਾਣ ਨੂੰ ਜੀ ਨਹੀਂ ਕਰਦਾ, ਦਿਲ ਕਰਦਾ ਰਿਮੋਟ ਲੈ ਕੇ ਟੀਵੀ ਵੇਖੀ ਜਾਵਾਂ, ਫਿਲਮਾਂ ਵੇਖੀ ਜਾਵਾਂ, ਗਾਣੇ ਸੁਣੀ ਜਾਵਾਂ, ਮੈਂ ਕੀ ਲੈਣਾ ਗੁਰਦੁਆਰੇ ਤੋਂ, ਮੈਂ ਕੀ ਕਰਨ ਜਾਣਾ ਹੈ। ਆਲਸ, ਦੁੱਖ ਭੋਜਨ ਦਾ ਇਫੈਕਟ ਹੈ, ਭੋਜਨ ਦਾ ਅਸਰ ਹੈ। ਗੁਰੂ ਸਾਹਿਬ ਨੇ ਪਹਿਲੀ ਕਸਵੱਟੀ ਵਿੱਚ ਪਰਸਰਾਮ ਨੂੰ ਕਹਿਤਾ ਲੈ ਜਾ ਜ਼ਹਿਰ ਚੁੱਕ ਕੇ, ਸਾਨੂੰ ਨਹੀਂ ਚਾਹੀਦੀ। ਉਹ ਤਰਲੇ ਮਿੰਨਤਾਂ ਕਰਦਾ, ਕਹਿੰਦਾ ਜੀ ਇੰਨੀ ਮਿਹਨਤ ਨਾਲ ਭੋਜਨ ਬਣਾਏ, ਮਿੱਠੇ ਪਦਾਰਥ ਪੇ ਥੋੜਾ ਛਕ ਲਓ, ਉਹਦੇ ਚ ਮਾਸ ਵੀ ਪਰੋਸਿਆ ਹੋਇਆ, ਦੂਜਾ ਵੀ ਹੈ। ਉਹਦੇ ਸੋਚ ਕੇ ਆਇਆ ਸੀ ਵੀ ਬਾਬਿਆਂ ਨੇ ਤੇ ਲੈ ਕੇ ਵੀ ਛੱਡਣਾ ਹੀ ਕੋਈ ਨਹੀਂ। ਅੱਗੇ ਜਿਹੜੇ ਆਉਂਦੇ ਇਹੀ ਕੰਮ ਕਰਦੇ ਰਹੇ ਆ ਨਾ, ਮੱਛੀਆਂ ਖਾ ਗਏ, ਮੀਟ ਖਾ ਗਏ, ਜਾਂਦੇ ਹੋਏ ਉਹਨਾਂ ਨੇ ਰਾਜੇ ਨੂੰ ਵਰ ਦੇ ਕੇ ਜਾਣਾ। ਰਾਜਾ ਕਹਿੰਦਾ ਕੁੱਟਿਓ ਮਾਰੇ ਉਹਨਾਂ, ਜਾਣ ਦਿਓ ਭਾਈ, ਮੈਨੂੰ ਇੰਨਾ ਹੀ ਪਤਾ ਵੀ ਇਹ ਮੇਰੇ ਸਤਿਗੁਰੂ ਨਹੀਂ, ਮੇਰਾ ਸਤਿਗੁਰੂ ਸੰਤੋਖੀ ਹੈ। ਰਾਜਾ ਇਹ ਪਰਖਣ ਆਇਆ ਹੈ, ਕਿਉਂਕਿ ਮਨਸੁਖ ਸ਼ਾਹੂਕਾਰ ਕਹਿ ਕੇ ਗਿਆ ਮੇਰਾ ਗੁਰੂ ਸੰਤੋਖ ਦੀ ਮੂਰਤ, ਮੇਰਾ ਗੁਰੂ ਪਰਉਪਕਾਰੀ, ਮੇਰਾ ਸਤਿਗੁਰੂ ਨਿਮਰਤਾ ਦੀ ਮੂਰਤ, ਉਹ ਤੇ ਪਿਆਰ ਦਾ ਮੁਜਸ਼ਮਾ ਹੈ, ਉਹ ਦਿਲਾਂ ਦੀਆਂ ਜਾਣਦਾ ਏ। ਰਾਜਾ ਕਿਤੇ ਨਾ ਕਿਤੇ ਉਸ ਕਾਡਰ ਤੇ ਕੰਮ ਕਰ ਰਿਹਾ ਹੈ। ਪਰਸਰਾਮ ਸਭ ਕੁਝ ਲੈ ਕੇ ਵਾਪਸ ਆ ਰਿਹਾ ਹੈ। ਵੇਖੋ ਗੱਲ ਰਾਜੇ ਸ਼ਿਵਨਾਭ ਦੀ ਨਹੀਂ ਹੈ, ਰਾਜੇ ਸ਼ਿਵਨਾਭ ਨੇ ਗੁਰੂ ਨਾਨਕ ਸਾਹਿਬ ਤੇ ਵੀ ਕਸਵੱਟੀਆਂ ਲਾਈਆਂ ਨੇ। ਪਹਿਲੀ ਕਸਵੱਟੀ ਅੱਜ, ਕੱਲ ਦੂਜੀ, ਤੀਜੀ ਲੱਗੇਗੀ। ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਣ ਕਰਕੇ ਆਨੰਦ ਮਾਣਾਂਗੇ। ਵੇਖੋ ਕਿੱਡਾ ਵੱਡਾ ਜੀਵਨ ਹੈ ਗੁਰੂ ਤੇ ਗੁਰੂ ਦੇ ਸਿੱਖਾਂ ਦਾ, ਤੇ ਰਾਜੇ ਦਾ ਕਿੱਡਾ ਵੱਡਾ ਸਿੱਧਕ ਹੈ ਜੀ। ਅਸੀਂ ਤੇ ਕਿਸੇ ਨੂੰ ਇੱਥੇ ਅੰਮ੍ਰਿਤ ਛਕ ਕੇ ਠੇਕੇ ਕੋਲ ਖੜਾ ਵੇਖ ਲਈ, ਯਾਰ ਮੈਂ ਨਹੀਂ ਅੰਮ੍ਰਿਤ ਛਕਣਾ, ਯਾਰ ਅੰਮ੍ਰਿਤ ਛਕਣ ਵਾਲੇ ਤੇ ਆਹ ਕਰਦੇ ਆ। ਕਿਉਂ ਕਰਦੇ ਆ ਬਈ? ਉਹਨਾਂ ਨੂੰ ਵੇਖ ਜਿਹੜੇ 1 ਵਜੇ ਉੱਠਦੇ ਆ, 2 ਵਜੇ ਉੱਠਦੇ, ਬੰਦਗੀ ਕਰਦੇ, ਉਹ ਨਹੀਂ ਦਿਸਦੇ ਤੈਨੂੰ? ਉਹ ਕਿਉਂ ਦਿਖਣੇ ਆ? ਸਾਨੂੰ ਦਿਸਣਾ ਹੀ ਉਹ ਆ ਜੋ ਅਸੀਂ ਆਪ ਕਰਦੇ। ਹੁਣ ਰਾਜੇ ਦੇ ਕੋਲ ਸੁਨੇਹਾ ਗਿਆ ਵੀ ਇਹ ਜਿਹੜੇ ਫਕੀਰ ਨੇ ਜਿੱਦ ਕਰਦੇ ਆ। ਉਹਨਾਂ ਇਹ ਨਹੀਂ ਕਿਹਾ ਜਾ ਕੇ ਵੀ ਇਹ ਪੱਕੇ ਆ, ਪੂਰੇ ਆ। ਕਹਿੰਦੇ ਇੱਥੇ ਨਹੀਂ ਡੋਲੇ, ਕੁਝ ਹੋਰ ਕਰਕੇ ਵੇਖੋ, ਡੋਲ ਜਾਣਗੇ। ਸਮਾਂ ਸਮਾਪਤ ਹੈ, ਜਿਵੇਂ ਗੁਰੂ ਸਾਹਿਬ ਚੋਜ ਵਰਤਾਉਣਗੇ ਸਰਵਣ ਕਰਾਂਗੇ।